BTV देख रहे सारे ही दर्शकों ਨੂੰ ਮੇਰੇ ਵੱਲੋਂ ਯਾਨੀ ਕਿ ਸ਼ਵੀ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਆ ਵੈਰੀ ਗੁੱਡ ਮਾਰਨਿੰਗ ਜੀ। ਬ੍ਰਾਈਟ ਵੇਜ਼ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਫਰਾਈਡੇ ਮਾਰਨਿੰਗ ਹੈ, 8 ਵੱਜ ਚੁੱਕੇ ਨੇ। ਅੱਜ ਤਰੀਕ ਹੈ ਜੀ ਅਗਸਤ 25 2023 और बड़ी ही खूबसूरत ਜਿਹੜੀ ਸਵੇਰ और वीकेंड की तरफ असी जा रहे हैं। फ्राइडे की शुरुआत करते हैं राय साहब की बहुत सारी जी राय देंगे ने खबरों के उपर। वो पहला वेलकम कर लीए भाजी, बहुत प्यार भरी सत श्री अकाल जी। धन्यवाद शवि जी, एक बार फिर स्टूडियो च आग्या देन सर ते प्यार भरी सत श्री अकाल। की हाल है भाजी? बहुत वधिया वधिया। प्यार थोड़ा जिहा ज़्यादा है अच्छा ਅੱਜ तो स्पैशल बेगल लेके आए कॉफी ਦੇ ਨਾਲ। मैं कल मैं क्या रह गया सी तो फिर क्या आज फिर ਹੁਣ ਮੈਨੂੰ ਪਤਾ ਕੀ ਲੱਗਦਾ, हाँ ਜਦੋਂ ਮੈਂ ਕੋਈ ਗੱਲ ਕੁਝ ਮਨਾਉਣੀ ਹੋਵੇ ਨਾ ਤੇ ਉਹ ਇੱਥੇ ਕਹਿ ਦਿਓ। ਇੱਥੇ ਕਹਿ ਦਿਆਂ। सही गल है। नहीं गल ठीक है, गल ठीक है। ਤੇ ਮੈਨੂੰ ਲੱਗਦਾ ਵੀ ਉਹ ਅਗਲੇ ਦਿਨ ਹੋ ਜੂਗੀ। मैं भी वही कहना ना ते मैं भी थोड़े कोल जेडी गल गुल मनानी होवे मैं भी इत्थे कहदा। हाँ बिल्कुल। अच्छा, ਉਹ ਤਾਂ ਦੋਨੇ ਪਾਸੇ ਇੱਕ दोनों पासे हो गया। अच्छा भाजी, अज क्योंकि फ्राइडे वीकेंड चलो ऑलमोस्ट शुरू हो गया जी, हो रहा है, ते की है जी अज दा ब्यूटीफुल जेड़ा थॉट है तुहाडा? ਅੱਜ ਦਾ ਬਿਊਟੀਫੁਲ ਥਾਟ ਤਾਂ ਅੱਜ ਦਾ ਬਿਊਟੀਫੁਲ ਤੋਂ ਵੀ ਬਿਊਟੀਫੁਲ ਆ। अच्छा, ਬਿਕਾਜ਼ ਇਹ ਸੰਤ ਮਸਕੀਨ ਹੋਣਾ ਦੇ ओ अच्छा, ਲਿਖਤ ਜੋ ਹੈ। ओके ਉਹ ਕਹਿੰਦੇ ਆ जी। ਕਾਫਨ, ਅਰਥੀ ਤੇ ਸਨਮਾਨ। ਕਾਫਨ, ਅਰਥੀ ਤੇ ਸਨਮਾਨ ਇਹ ਸਿਰਫ ਗੱਲਾਂ ਹੀ ਆ। अच्छा, ਕਾਫਨ, ਅਰਥੀ ਤੇ ਸਨਮਾਨ ਸਿਰਫ ਗੱਲਾਂ ਹੀ ਆ। ਇਨਸਾਨ ਤਾਂ ਉਦੋਂ ਹੀ ਮਰ ਜਾਂਦਾ ਜਦੋਂ ਉਹ ਇਨਸਾਨੀਅਤ ਛੱਡ ਦਿੰਦਾ। ओ वाह जी वाह, क्या बात है। काफी ਇਨਸਾਨ ਤਾਂ ਉਦੋਂ ਹੀ ਮਰ ਜਾਂਦਾ ਜਦੋਂ ਉਹ ਇਨਸਾਨੀਅਤ ਛੱਡ। ਬਿਲਕੁਲ ਜੀ ਬਿਲकुल। ਮੈਨੂੰ ਲੱਗਦਾ ਜਿਹੜੇ ਸੰਤ ਮਸਕੀਨ ਜੀ ਨੇ ਉਹਨਾਂ ਦੀ ਜਿਹੜੀ ਕੋਈ ਤੁਸੀਂ ਕਹਿ ਲਓ ਜਦੋਂ ਬਾਣੀ ਪੜ੍ਹਦੇ ਸੀ, ਸਮਝਾਉਂਦੇ ਸੀ, ਉਹਨਾਂ ਦਾ ਜਿਹੜਾ ਅੰਦਾਜ਼ ਹੈ ਮੈਨੂੰ ਲੱਗਦਾ ਕਿਸੇ ਦਾ ਵੀ ਅੱਜ ਤੱਕ ਨਹੀਂ ਹੋ ਪਾਇਆ। ਔਰ ਉਹਨਾਂ ਦੀ ਤੁਸੀਂ ਕਹਿ ਲਓ ਲਿਖਤ ਜਿਹੜੀ ਇਹ ਚੀਜ਼ ਕਿ ਬਿਲਕੁਲ ਸਹੀ ਕਹੀ ਹੈ ਜੀ ਉਹਨਾਂ ਨੇ। ਬੰਦਾ ਦੇਖੋ ਚੱਲ ਜਾਂਦਾ, ਦੇयर इज ਆਲਵੇਜ਼ ਐਨ ਐਕਸਪਾਇਰੀ ਡੇਟ ਜਿਹਨੂੰ ਕਹਿੰਦੇ ਨੇ, ਹਰ ਇੱਕ ਦੀ, ਹਰ ਇੱਕ ਚੀਜ਼ ਦੀ, ਹਰ ਇੱਕ ਬੰਦੇ ਦੀ। ਪਰ ਜਿਹੜੇ ਤੁਹਾਡੇ ਕੰਮ ਕੀਤੇ ਹੁੰਦੇ ਨੇ, ਕਰਮ ਕੀਤੇ ਹੁੰਦੇ ਨੇ, ਜਾਂ ਇਨਸਾਨੀਅਤ ਦੇ ਨਾਲ ਜੇ ਤੁਸੀਂ ਕੋਈ ਰਿਸ਼ਤੇ ਨਿਭਾਏ ਹੁੰਦੇ ਨੇ, ਉਹ ਹਮੇਸ਼ਾ ਅਮਰ ਹੋ ਜਾਂਦੇ ਨੇ ਜੀ। ਸੋ ਤੁਹਾਨੂੰ ਯਾਦ ਬਾਅਦ ਚ ਵੀ ਲੋਕ ਕਰਦੇ ਨੇ। ਸੋ ਇਨਸਾਨੀਅਤ ਨੂੰ ਕਦੇ ਵੀ ਨਾ ਛੱਡੋ ਜੀ। ਜੇ ਤੁਹਾਨੂੰ ਕਹਿੰਦਾ ਛਲ ਕਪਟ ਦੇ ਨਾਲ ਸਕਸੈਸ ਲੈਣ ਦੀ ਨਾ ਸੋਚੋ, ਸਿੱਧੇ ਤਰੀਕੇ ਨਾਲ ਚੱਲੋ। ਜ਼ਿੰਦਗੀ ਬੜੀ ਖੂਬਸੂਰਤ ਹੈ, ਬਹੁਤ ਲੰਬੀ ਹੈ, ਕਦੇ ਵੀ ਤੁਸੀਂ ਸਟਾਰਟ ਕਰ ਸਕਦੇ ਹੋ, ਕਦੇ ਵੀ ਤੁਸੀਂ ਜਿਹੜੀ ਜ਼ਿੰਦਗੀ ਦੇ ਵਿੱਚ ਸਕਸੈਸ ਲੈ ਸਕਦੇ ਹੋ। ਕਿੰਨੇ ਐਗਜ਼ਾਮਪਲ ਨੇ ਭਾਜੀ। ਬਿਲਕੁਲ। ਦੇਖੋ, ਤੁਹਾਨੂੰ ਆਪਾਂ ਅਕਸਰ ਹਰ ਰੋਜ਼ ਇਹੀ ਗੱਲ ਕਰਦੇ ਆਂ ਵੀ ਇੱਕ ਦੂਜੇ ਦੇ ਨਾਲ ਚਲੋ ਪਿਆਰ ਨਾ ਰਹੋ। ਉਹਦਾ ਮਤਲਬ ਇਹੀ ਹੈ ਨਾ ਵੀ ਇਨਸਾਨ ਨਾਲ ਤੁਸੀਂ ਇਨਸਾਨ ਬਣ ਕੇ ਰਹੋ। ਬਿਲਕੁਲ। ਜਿਹੜੀ ਤੁਹਾਡੀ ਇਨਸਾਨੀਅਤ ਹੈ ਉਹ ਇੱਕ ਦੂਜੇ ਦੇ ਪ੍ਰਤੀ ਪਿਆਰ ਨਾਲ ਵੀ ਹੋ ਸਕਦੀ ਹੈ, ਬਣੀ ਰਵੇ। ਰਾਈਟ, ਪਿਆਰ ਬਣਿਆ ਰਵੇ ਇੱਕ ਦੂਜੇ ਨਾਲ। ਬਿਲਕੁਲ। ਤੁਸੀਂ ਜੋ ਕੰਮ ਕਰਦੇ ਆ ਉਹ ਓਨੈਸਟ ਤਰੀਕੇ ਨਾਲ ਕਰੋ, ਕਿਸੇ ਨਾਲ ਧੋਖਾ ਨਾ ਕਰੋ, ਠੱਗੀ ਹੇਰਾਫੇਰੀ ਨਾ ਕਰੋ ਜੀ ਜੀ। ਪਰ ਕਹਿੰਦੇ ਨੇ ਨਾ, ਜਦੋਂ ਤੁਸੀਂ ਕੋਈ ਏਦਾਂ ਦੀ ਗੱਲ ਕਰਦੇ ਹੋ, ਧੋਖਾ ਕਰਦੇ ਹੋ, ਤੁਹਾਨੂੰ ਲੱਗਦਾ ਹੈ ਅਰੇ ਕਿਸੇ ਨੂੰ ਤਾਂ ਪਤਾ ਹੀ ਨਹੀਂ ਲੱਗਿਆ, ਚਲੋ ਬਚ ਗਿਆ ਮੈਂ, ਪਰ ਤੁਹਾਨੂੰ ਆਪ ਨੂੰ ਤਾਂ ਪਤਾ। ਬਿਲਕੁਲ, ਆਪ ਨੂੰ ਪਤਾ ਹੁੰਦਾ। ਉਹ ਜਿਹੜਾ ਬੰਦਾ ਨਾ, ਉਹ ਗਿਲਟ ਜਿਹੜੀ ਹੈ ਆਪ ਨੂੰ ਤਾਂ ਪਤਾ ਹੈ ਨਾ। ਨਹੀਂ, ਉਹ ਗਿਲਟ ਹੈ ਨਾ ਜਿਹੜੀ ਪਤਾ ਹੁੰਦਾ ਸਾਰਿਆਂ ਨੂੰ, ਪਰ ਉਹ ਗਿਲਟ ਵੀ ਥੋੜੇ ਇਨਸਾਨ ਹੀ ਸਮਝਦੇ ਆ। ਸਹੀ ਗੱਲ ਹੈ। ਬਹੁਤ ਲੋਕ ਹੈਗੇ ਆ ਜਿਹੜੇ ਉਹ ਗਿਲਟ ਸਮਝਦੇ ਨਹੀਂ ਹੁੰਦੇ। ਤੇ ਦੇ ਆਰ ਕਈ ਇਨਸਾਨ ਹੁੰਦੇ ਨੇ ਬੜੇ ਪ੍ਰਾਊਡ ਹੋ ਜਾਂਦੇ ਨੇ, ਫਿਰ ਕੀ ਹੋ ਗਿਆ, ਜੇ ਕਰਤਾ ਤਾਂ ਫਿਰ ਕੀ ਹੋ ਗਿਆ, ਤੈਨੂੰ ਪਤਾ ਨਹੀਂ ਮੈਂ ਕੌਣ ਆ, ਉਹ ਵਾਲੀ ਗੱਲ ਹੈ। ਸੋ ਮੈਨੂੰ ਲੱਗਦਾ ਜਿਹੜੀ ਇਨਸਾਨੀਅਤ ਹੈ, ਹਿਊਮੈਨਿਟੀ ਜਿਹਨੂੰ ਕਹਿੰਦੇ ਨੇ, ਉਹ ਹਰ ਇੱਕ ਦੇ ਵਿੱਚ ਹੋਣੀ ਬਹੁਤ ਜ਼ਰੂਰੀ। ਜਿਹੜੇ ਮਰਜ਼ੀ ਕਮਿਊਨਿਟੀ, ਜਿਹੜੇ ਮਰਜ਼ੀ ਰਿਲੀਜਨ ਤੋਂ ਤੁਸੀਂ ਹੋ, ਉਹ ਰੰਗ ਨਾਲ ਕੋਈ ਫਰਕ ਨਹੀਂ, ਕਿਸੇ ਚੀਜ਼ ਨਾਲ ਕੋਈ ਫਰਕ ਨਹੀਂ। ਸੋ ਇੱਕ ਦੂਜੇ ਦੀ ਮਦਦ ਕਰੋ, ਤੇ ਜਿਹੜਾ ਕੰਪੀਟੀਸ਼ਨ ਵੀ ਕਰਨਾ ਆਪਣੇ ਨਾਲ ਕਰੋ, ਭਾਵੇਂ ਪਰਸਨਲ ਹੈ ਭਾਵੇਂ ਪ੍ਰੋਫੈਸ਼ਨਲ ਹੈ, ਤੇ ਅੱਗੇ ਵਧਦੇ ਰਹੋ ਜੀ, ਅੱਗੇ ਵਧਦੇ ਰਹੋ ਜੀ। ਬਿਲਕੁਲ। ਬਹੁਤ ਵਧੀਆ ਜੀ, ਬਹੁਤ ਵਧੀਆ ਅੱਜ ਦਾ ਥਾਟ ਰਿਹਾ। ਤੇ ਖਬਰਾਂ ਦਾ ਪਿਟਾਰਾ ਭਾਜੀ ਖੋਲਦੇ ਹਾਂ, ਜਿਸ ਦੇ ਵਿੱਚ ਨਾਰਦਰਨ ਵੈਸਟਰਨ ਟੈਰੀਟਰੀਜ਼ ਤੋਂ ਔਰ BC ਦੇ ਵਿੱਚ ਸਪੈਸ਼ਲੀ ਕਲੋਨਾ ਦੇ ਵਿੱਚ ਬਹੁਤ ਜਿਹੜੀ ਵਾਈਲਡ ਫਾਇਰਸ ਦੀ ਜਿਹੜੀਆਂ ਖਬਰਾਂ ਰੋਜ਼ ਆ ਰਹੀਆਂ ਨੇ, ਇਵੈਕੂਏਸ਼ਨਸ ਹੋ ਰਹੀਆਂ ਨੇ, ਉੱਥੇ ਬਹੁਤ
ਲੋਕ ਜਿਹੜੇ ਨੇ ਪ੍ਰਭਾਵਿਤ ਹੋ ਰਹੇ ਨੇ। ਔਰ ਹੁਣ ਕਿੰਗ ਚਾਰਲਸ ਜਿਹੜੇ ਨੇ ਉਹਨਾਂ ਨੇ ਵੀ ਆਪਣੀ ਜਿਹੜੀ ਕੰਡੋਲੈਂਸਸ ਜਿਹੜੀਆਂ ਨੇ ਟਵੀਟ ਰਾਹੀਂ ਔਰ ਬਿਆਨ ਕਰਕੇ ਵੀ ਜਿਹੜੀ ਹੈ ਭੇਜੀਆਂ ਨੇ ਕੈਨੇਡਾ ਦੇ ਵਿੱਚ। ਸ਼ਵੀ ਜੀ, ਕਿੰਗ ਚਾਰਲਸ ਆ ਜਿਹੜੇ, ਉਹਨਾਂ ਨੇ ਜਿਹੜੀ ਨਾਰਥ ਵੈਸਟ ਟੈਰੀਟੋਰੀਜ਼ ਤੇ BC ਦੇ ਵਿੱਚ ਜਿਹੜੇ 370 ਜੀ ਥਾਵਾਂ ਤੇ ਅੱਗ ਲੱਗੀ ਵੀ ਆ, ਉਹਦੇ ਪ੍ਰਤੀ ਉਹਨਾਂ ਨੇ ਆਪਦਾ ਕੰਡੋਲੈਂਸਸ ਭੇਜੀਆਂ ਜੀ, ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਮੈਂ ਤੇ ਮੇਰੀ ਵਾਈਫ। ਹਾਂਜੀ, ਕੁਈਨ ਨਹੀਂ ਕਿਹਾ ਉਹਨੇ, ਨਹੀਂ ਅਜੇ ਕੁਈਨ ਨਹੀਂ ਨਾ ਬਣੇ ਹੋ। ਹਾਂਜੀ, ਮੈਂ ਤੇ ਮੇਰੀ ਵਾਈਫ ਜੀ। ਅੱਛਾ, ਬਣਨ ਦੇ ਚਾਂਸ ਹੈਗੇ? ਲੱਗਦਾ ਨਹੀਂ ਭਾਜੀ, ਬਾਕੀ ਪਤਾ ਨਹੀਂ, ਬਣ ਵੀ ਸਕਦੇ ਆ, ਹੈ ਨਾ। ਅੱਛਾ, ਉਹ ਕਹਿੰਦੇ ਮੈਂ ਤੇ ਮੇਰੀ ਵਾਈਫ ਜਿਹੜੇ ਆ ਨਾ, ਅਸੀਂ BC ਦੇ ਵਿੱਚ ਜਿਹੜੀਆਂ ਜੋ ਵੀ ਅੱਗਾਂ ਦੇ ਨਾਲ ਕੋਈ ਨੁਕਸਾਨ ਹੋਇਆ ਜਾਂ ਨਾਰਥ ਵੈਸਟ ਟੈਰੀਟੋਰੀਜ਼ ਦੇ ਵਿੱਚ ਜੋ ਹੋਇਆ, ਅਸੀਂ ਬਹੁਤ ਬਹੁਤ ਉਹਦੇ ਵਾਸਤੇ ਤੁਹਾਡੇ ਨਾਲ ਖੜੇ ਆ। ਅੱਛਾ, ਮੈਂ ਇੱਕ ਗੱਲ ਦੱਸਦਾ, ਸੌਰੀ ਵਿੱਚ ਮੈਂ ਤੁਹਾਨੂੰ ਕੱਟ ਦੇਵਾਂ, ਕੁਈਨ ਕਮਿਲਾ ਹੈਗੇ ਨੇ ਜੀ ਉਹ। ਨਹੀਂ, ਉਹਨੇ ਲਿਖਿਆ ਮਾਈ ਵਾਈਫ ਕੁਈਨ ਕਮਿਲਾ ਹੈਗਾ ਜੀ, ਹੈਗਾ। ਸੋ ਉਹ ਕਹਾਂ ਜਾ ਕੇ ਲਿਖਿਆ, ਪਹਿਲਾਂ ਤਾਂ ਵਾਈਫ ਹੈ, ਪਹਿਲਾਂ ਵਾਈਫ ਹੈ। ਦੇਖੋ, ਵਾਈਫ ਵੈਸੇ ਹੀ ਕੁਈਨ ਹੁੰਦੀ ਹੈ, ਠੀਕ ਹੈ, ਭਾਵੇਂ ਛੋਟਾ ਘਰ ਹੋਵੇ, ਵੱਡਾ ਘਰ ਹੋਵੇ, ਕਿੰਗਡਮ ਹੋਵੇ, ਜੋ ਮਰਜ਼ੀ ਹੋਵੇ। ਮੈਂ ਕਿਹਾ ਇਹ ਆਪਾਂ ਕਰੈਕਸ਼ਨ ਕਰ, ਘਰ ਵਾਲੀ ਹਮੇਸ਼ਾ ਹੀ ਬਾਸ ਹੁੰਦੀ, ਉਹ ਬਾਸ ਹੈ ਜੀ, ਕੁਈਨ ਜੋ ਮਰਜ਼ੀ ਹੋ ਜਾਏ, ਹੈ ਨਾ। ਤੇ ਇਹ ਤਾਂ ਜਿਹੜਾ ਮੇਰੇ ਵਰਗਾ ਬੰਦਾ ਉਹਦਾ ਫਿਰ ਕੀ ਹੁੰਦਾ? ਹਾਂਜੀ, ਉਹ ਫਿਰ ਕਿੰਗ ਇਕੱਲਾ ਹੀ ਹੁੰਦਾ, ਬਿਲਕੁਲ। ਲੋੜ ਕੀ ਹੈ, ਬਾਦਸ਼ਾਹ। ਜੀ ਜੀ, ਹਾਂਜੀ, ਹੁਣ ਦੱਸੋ ਜੀ। ਸੋ ਉਹਨਾਂ ਨੇ ਜਿਹੜਾ ਸਪੈਸ਼ਲੀ ਨਾ ਯੈਲੋ ਨਾਈਫ ਨੂੰ ਪਤਾ ਨਹੀਂ ਜ਼ਿਆਦਾ ਕਾਹਤੋਂ ਉਹਨਾਂ ਨੇ ਰੱਖਿਆ, ਪਰ ਨੁਕਸਾਨ ਬਹੁਤ ਹੋ ਗਿਆ ਨਾ ਕਲੋਨੇ 'ਚ ਵੀ ਬਹੁਤ ਨੁਕਸਾਨ। ਹਾਂਜੀ ਹਾਂਜੀ, ਕਲੋਨਾ ਜੇ ਆਪਾਂ ਲੈਂਦੇ ਨਾ ਸ਼ਵੀ ਜੀ, ਕਲੋਨੇ ਦੇ ਵਿੱਚ ਵੈਸਟ ਕਲੋਨਾ ਸਪੈਸ਼ਲੀ ਜਿਹੜਾ ਜੀ, ਉੱਥੇ ਮੇਰਾ ਖਿਆਲ ਆ ਵੀ 60 ਤੋਂ ਉੱਪਰ ਜਿਹੜੇ ਲੋਕਾਂ ਦੇ ਘਰ ਸੜ ਗਏ ਆ। ਉਹਦੇ ਵਿੱਚ ਕੁਝ ਰਿਜ਼ੋਰਟ ਵੀ 1 ਜਾਂ 2 ਸੀਗੀਆਂ ਜਿਨ੍ਹਾਂ ਨੂੰ ਜਿਹੜੀਆਂ ਸੜ ਗਈਆਂ ਜੀ। ਨੁਕਸਾਨ ਬਹੁਤ ਹੋਇਆ ਇੱਥੇ ਵੀ, ਪਰ ਹੁਣ ਜਿਹੜਾ ਹੈ ਨਾ, ਪਿਛਲੇ ਮੇਰਾ ਖਿਆਲ 2 ਦਿਨ ਤੋਂ ਥੋੜੀ ਜੀ ਬਾਰਿਸ਼ ਹੋਈ ਆ ਜੀ ਕਲੋਨੇ 'ਚ ਰਾਤ ਨੂੰ, ਤੇ ਉਹਦੇ ਨਾਲ ਥੋੜਾ ਜਿਹਾ ਸਲੋ ਹੋ ਗਿਆ ਫਰਕ। ਪਤਾ ਕੀ ਹੈ ਭਾਜੀ, ਕਿ ਜਿਹੜੀ ਨਾਰਥ ਵੈਸਟ ਟੈਰੀਟਰੀਜ਼ ਨੇ ਉਹਦੇ ਵਿੱਚ 230 ਐਕਟਿਵ ਵਾਈਲਡ ਫਾਇਰਸ ਹੈਗੀਆਂ ਨੇ, ਜਿਵੇਂ 370 ਅਸੀਂ ਕਹਿੰਦੇ ਆ BC ਦੇ ਵਿੱਚ ਨੇ, ਪਰ ਉਹ ਜਿਹੜੀ 203 ਹੈ ਨਾ ਜੀ, ਉਹ ਬਹੁਤ ਜ਼ਿਆਦਾ ਘਾਤਕ, ਬਹੁਤ ਜ਼ਿਆਦਾ ਜਿਹੜੇ ਨੁਕਸਾਨ ਪਹੁੰਚਾ ਰਹੀਆਂ ਨੇ। ਜਿੱਥੇ ਜਿਹੜੀ ਕੈਪੀਟਲ ਹੈ ਯੈਲੋ ਨਾਈਫ, ਹੈ ਨਾ, ਤੇ ਯੈਲੋ ਨਾਈਫ ਜਿਹੜੀ ਕੈਪੀਟਲ ਹੈ, ਉਹਦੇ ਵਿੱਚ ਸਾਰਿਆਂ ਨੂੰ ਹੀ ਆਲਮੋਸਟ, ਹੈ ਨਾ, ਫੋਰਸ ਕੀਤਾ ਜਾ ਰਿਹਾ। ਮਤਲਬ ਇੱਕ ਤਾਂ ਹੁੰਦਾ ਹੀ, ਤੁਸੀਂ ਕਹਿੰਦੇ ਹੋ ਕਿ ਤੁਸੀਂ ਇਹ ਖਾਲੀ ਕਰ ਸਕਦੇ ਹੋ, ਇਵੈਕੂਏਟ ਕਰ ਸਕਦੇ ਹੋ, ਉਹਨਾਂ ਨੂੰ ਕਰਨਾ ਪਿਆ, ਔਰ ਉਹਨਾਂ ਨੂੰ ਆਪਣੀ ਕਮਿਊਨਿਟੀ ਔਰ ਘਰ ਛੱਡ ਕੇ ਜਾਣਾ ਪਿਆ। ਬਿਲਕੁਲ। ਔਰ ਉਹਦੇ ਕਰਕੇ ਯੈਲੋ ਨਾਈਫ ਦਾ ਜਿਹੜਾ ਨਾਮ ਹੈ ਉਹ ਬਾਰ-ਬਾਰ ਜ਼ਿਆਦਾ ਆ ਰਿਹਾ। ਤੇ ਕਈਆਂ ਲੋਕਾਂ ਨੂੰ ਤਾਂ ਜੀ ਯੈਲੋ ਨਾਈਫ ਦਾ ਪਤਾ ਹੀ ਨਹੀਂ ਸੀ ਜੀ ਇਸ ਤੋਂ ਪਹਿਲਾਂ। ਤੁਸੀਂ ਇਹ ਦੇਖੋ, ਬਿਲਕੁਲ ਨਾਰਥ ਵੈਸਟਰਨ ਟੈਰੀਟਰੀਜ਼ ਦੀ ਗੱਲ ਕਰਦੇ ਸੀ, ਇਕੱਲਾ ਉਹ ਕਹਿ ਕੇ ਆਪਾਂ ਛੱਡ ਦਿੰਦੇ ਸੀ, ਪਰ ਯੈਲੋ ਨਾਈਫ ਦੇ ਵਿੱਚ ਕਈ ਸਾਡੀ ਕਮਿਊਨਿਟੀ ਦੇ ਵੀ ਲੋਕ ਜਿਹੜੇ ਨੇ ਉੱਥੇ ਜਾ ਕੇ ਕੰਮਕਾਰ ਕਰਦੇ ਨੇ, ਔਰ ਉੱਥੇ ਕਈ ਹਾਰਸ਼ ਜੌਬਸ ਵੀ। ਕੈਲਗਰੀ ਮੇਰਾ ਖਿਆਲ ਕਾਫੀ ਲੋਕ ਉੱਥੋਂ ਆਏ ਨੇ ਜੀ ਉੱਥੇ, ਆਪਾਂ ਕੱਲ ਵੀ ਸ਼ੇਅਰ ਕਰੀ ਸੀ ਖਬਰ। ਹਾਂਜੀ, ਸੋ ਉੱਥੋਂ ਬਹੁਤ ਸਾਰੇ ਜਿਹੜੇ ਹੋਮਲੈਸ ਜਿਹੜੇ ਲੋਕ ਨੇ, ਅਸੀਂ ਗੱਲ ਕੀਤੀ, ਉਹ ਵੀ ਆਏ ਨੇ, ਜਿਹੜੇ ਆਪਣਾ ਘਰ ਛੱਡ ਕੇ ਆਏ ਨੇ, ਉਹ ਵੀ ਇੱਥੇ ਸ਼ੈਲਟਰ ਦੇ ਵਿੱਚ ਆ। ਕਈ ਲੋਕਾਂ ਨੇ ਵੀ ਆਪਣੇ ਘਰਾਂ ਦੇ ਵਿੱਚ ਉਹਨਾਂ ਨੂੰ ਜਗ੍ਹਾ ਦਿੱਤੀ ਹੈ, ਹੋਟਲਸ ਦੇ ਵਿੱਚ ਉਹਨਾਂ ਨੂੰ ਥਾਂ ਮਿਲ ਰਹੀ ਹੈ। ਔਰ ਉਸ ਦੇ ਨਾਲ ਮੈਨੂੰ ਲੱਗਦਾ ਕਿ ਕਿੰਗ ਚਾਰਲਸ ਦਾ ਇਹ ਬਿਆਨ ਆਉਣਾ ਅੱਛੀ ਗੱਲ ਹੈ ਜੀ, ਕਿਉਂਕਿ ਉਹਨਾਂ ਨੂੰ ਹੁਣ ਵੀ ਜਿਹੜਾ ਇਹਨਾਂ ਖਬਰਾਂ ਦਾ ਪਤਾ ਹੈ, ਕਿਉਂਕਿ ਅਸੀਂ ਅੱਜ ਵੀ ਜਿਹੜੀ ਓਥ ਹੁੰਦੀ ਹੈ ਜਾਂ ਜਿਹੜੀ ਚੀਜ਼ਾਂ ਹੁੰਦੀਆਂ ਨੇ ਕਿੰਗ ਨੂੰ ਜਾਂਦੀ, ਪਹਿਲਾਂ ਕੁਈਨ ਨੂੰ ਜਾਂਦੀਆਂ ਸੀਗੀਆਂ। ਸੋ ਸਿਟੀਜ਼ਨਸ਼ਿਪ ਭਾਵੇਂ ਲੈ ਲਓ ਜਾਂ ਕੋਈ ਵੀ ਚੀਜ਼ ਆ, ਅਸੀਂ ਹਮੇਸ਼ਾ ਹੀ, ਔਰ ਇਸ ਦੇ ਵਿੱਚ ਉਹਨਾਂ ਨੇ ਆਪਣੀ ਕਹਿ ਲਓ ਇੱਕ ਪ੍ਰਜਾ ਦਾ ਇਹ ਜਿਹੜਾ ਹਿੱਸਾ ਹੈ, ਉਹਨਾਂ ਦੀ ਹੁਣ ਵੀ ਉਹਨਾਂ ਨੇ ਚਿੰਤਾ ਰੱਖੀ, ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਔਰ ਨਾਰਥ ਵੈਸਟਰਨ ਟੈਰੀਟਰੀਜ਼, ਅਗਲੀ ਖਬਰ ਵੀ ਇਹਦੇ ਨਾਲ ਜੁੜੀ ਹੈ, ਕਿ ਜਿਸ ਦੇ ਵਿੱਚ ਕੈਲਗਰੀ ਜਿਹੜਾ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀ ਸਪੋਰਟ ਕਰ ਰਿਹਾ ਜੀ। ਐਲਬਰਟਾ ਦੇ ਵਿੱਚੋਂ, ਪੂਰੇ ਐਲਬਰਟਾ ਦੇ ਵਿੱਚੋਂ ਜਿਹੜਾ ਕੈਲਗਰੀ ਸ਼ਹਿਰ ਹੈ, ਉਹ ਕੈਲਗਰੀ ਨੂੰ ਅਸੀਂ ਬਾਰ-ਬਾਰ ਹਾਈਲਾਈਟ ਨਹੀਂ ਕਰਦੇ, ਸਭ ਤੋਂ ਜ਼ਿਆਦਾ ਜੀ ਦਿਲ ਖੋਲ ਕੇ ਕਹਿੰਦੇ ਨੇ ਨਾ ਹੈਲਪ ਕਰਨ ਲਈ। ਈਵਨ ਉਹਨਾਂ ਦੇ ਜਿਹੜੇ ਪੈਟਸ ਨੇ ਉਹਨਾਂ ਦੇ ਲਈ ਵੀ ਉਹਨਾਂ ਪੂਰੇ ਦਰਵਾਜ਼ੇ ਖੋਲ੍ਹਤੇ ਨੇ ਜੀ, ਜਿਸ ਦੇ ਵਿੱਚ 600 ਪੌਂਡਸ ਜਿਹੜਾ ਫੂਡ ਔਰ ਜਿਹੜਾ ਹੁੰਦਾ ਪੈਟ ਫੂਡ, ਜਿਹਦੇ ਵਿੱਚ ਕੈਟ ਦਾ, ਡੌਗਸ ਦਾ ਜਿਹੜਾ ਹੁੰਦਾ, ਉਹ ਵੀ ਇੱਥੇ ਤਿਆਰ ਕੀਤਾ ਗਿਆ ਹੈ, ਬਿਲਕੁਲ ਰੈਡੀ ਕੀਤਾ ਗਿਆ ਹੈ, ਸੋ ਦੈਟ ਕਿ ਉੱਥੋਂ ਆ ਰਹੇ ਪੈਟਸ ਨੂੰ ਵੀ ਕੋਈ ਪ੍ਰੋਬਲਮ ਨਾ ਹੋਵੇ। ਬਿਲਕੁਲ ਜੀ, ਨਾਲ ਦੀ ਨਾਲ 2700 ਜਿਹੜੇ ਹੈਗੇ ਆ ਜੀ ਲੋਕ ਜੀ
ਕੈਲਗਰੀ ਆਏ ਆ 2700 ਦੇਖੋ ਉਹ ਵੀ ਇੱਕ ਬਹੁਤ ਵੱਡਾ ਨੰਬਰ ਆ ਜੀ। ਕੈਲਗਰੀ ਦੇ ਵਿੱਚ ਆ ਕੇ ਉਹਨਾਂ ਨੂੰ ਦੇਖਭਾਲ ਕਰਨਾ ਤੇ ਉਹਦੇ ਵਿੱਚ ਹਰ ਏਜ ਦੇ ਲੋਕ ਆ, ਬੱਚੇ ਵੀ ਆ ਉਹਦੇ ਚ, ਸੀਨੀਅਰ ਵੀ ਆ ਤੇ ਮਿਡਲ ਏਜ ਕੰਮ ਕਰਨ ਵਾਲੇ ਬੱਚੇ ਨੇ, ਸੀਨੀਅਰਸ ਨੇ, ਸਾਰੇ ਨੇ ਜੀ। ਤੁਸੀਂ ਦੇਖੋ ਕਿੰਨਾ ਕੁ ਨੁਕਸਾਨ ਹੁੰਦਾ ਜਦੋਂ ਤੁਸੀਂ ਆਪਣਾ ਘਰ ਛੱਡ ਕੇ ਆਉਂਦੇ ਹੋ, ਭਾਵੇਂ ਸਕੂਲ ਦੀ ਗੱਲ ਕਰੀਏ ਜਾਂ ਉਹਨਾਂ ਦੇ ਕੰਮਕਾਰ ਦੀ ਗੱਲ ਕਰੀਏ, ਕੋਈ ਬੰਦਾ ਉੱਥੇ ਕੋਈ ਇੰਸ਼ੋਰੈਂਸ ਵਾਲਾ ਹੋਊਗਾ, ਕਿਸੇ ਬੰਦੇ ਦੀ ਕੋਈ ਦੁਕਾਨ ਹੋਵੇਗੀ, ਕੋਈ ਬੰਦਾ ਕਿਤੇ ਕੰਮ ਕਰਦਾ, ਸਾਰਾ ਕੁਝ ਛੱਡ ਕੇ ਸਭ ਕੁਝ ਬੰਦ ਹੋ ਗਿਆ ਜੀ ਉੱਥੇ। ਜਿੰਨਾ ਚਿਰ ਹੁਣ ਦੁਬਾਰਾ ਉਹਨੂੰ ਠੀਕ ਕਰਕੇ ਅਸੈਸ ਨਹੀਂ ਕਰਦੇ, ਜਿੰਨਾ ਚਿਰ ਅਸੈਸ ਨਹੀਂ ਹੁੰਦਾ, ਉਹਦੀ ਏਅਰ ਕੁਆਲਿਟੀ ਚੈੱਕ ਨਹੀਂ ਹੁੰਦੀ, ਉਹਨਾਂ ਚਿਰ ਜਿਹੜੇ ਲੋਕ ਜਾਣੇ ਥੋੜਾ ਜਿਹਾ ਮੁਸ਼ਕਲ ਹੋਊਗਾ। ਏਅਰ ਕੁਆਲਿਟੀ ਨਾਲ ਜਿਹੜੇ ਸੜ ਹੀ ਗਿਆ ਜੀ ਸ਼ਹਿਰ ਦਾ ਸ਼ਹਿਰ, ਔਰ ਜਿਸ ਦੇ ਵਿੱਚ ਉਹਨਾਂ ਦੇ ਮੇਅਰ ਸਾਹਿਬ ਨੇ ਵੀ ਕੱਲ ਵੀ ਕਿਹਾ ਸੀ ਕਿ ਹਜੇ ਬਿਲਕੁਲ ਵੀ ਸੋਚੋ ਨਾ ਵਾਪਸ ਪਰਤਣ ਦੀ, ਔਰ ਬਹੁਤ ਹੀ ਹੈਵੀ ਹਾਰਟ ਦੇ ਨਾਲ ਉਹਨਾਂ ਨੇ ਕਿਹਾ ਕਿ ਉਹ ਪੂਰੀ ਕੋਸ਼ਿਸ਼ ਕਰ ਰਹੇ ਨੇ ਜੀ ਕਿ ਸਾਰਾ ਕੁਝ ਠੀਕ ਹੋ ਜਾਵੇ ਔਰ ਯੈਲੋ ਨਾਈਫ ਨੂੰ ਫਿਰ ਤੋਂ ਬਣਾ ਲਈਏ। ਔਰ ਕੈਲਗਰੀ ਦੇ ਵਿੱਚ ਭਾਜੀ ਜਿਵੇਂ 50 ਤੋਂ ਵੱਧ 54 ਜਿਹੜੇ ਨੇ ਇਵੈਕੂਈ ਐਨੀਮਲਸ ਜਿਹੜੇ ਨੇ ਉਹ ਆਪਣੇ ਓਨਰਸ ਦੇ ਨਾਲ ਜਿਹੜੇ ਨਹੀਂ ਰਹਿ ਸਕਦੇ ਉਹਨਾਂ ਦੀ ਵੀ ਦੇਖਭਾਲ ਕੀਤੀ ਜਾ ਰਹੀ ਹੈ। ਉਹਦੇ ਵਿੱਚੋਂ 50 ਦੇ ਕਰੀਬ ਆਪਣੇ ਓਨਰਸ ਦੇ ਨਾਲ ਵੀ ਰਹਿ ਰਹੇ ਨੇ ਔਰ ਲੋਕਲ ਸ਼ੈਲਟਰਸ ਦੇ ਵਿੱਚ ਉਹਨਾਂ ਨੂੰ ਜਗ੍ਹਾ ਦਿੱਤੀ ਗਈ ਹੈ ਔਰ ਫੋਸਟਰਸ ਹੋਮ ਹੋਣ ਜਾਂ ਫਿਰ ਹੋਰ ਕਈ ਜਿਹੜੀਆਂ ਥਾਵਾਂ ਨੇ ਉਹਦੇ ਵਿੱਚ ਇਹਨਾਂ ਨੂੰ ਜਗ੍ਹਾ ਮਿਲ ਰਹੀ ਹੈ। ਔਰ ਸਿਟੀ ਆਫ ਕੈਲਗਰੀ ਇੱਕ ਤਰ੍ਹਾਂ ਤੋਂ ਬਿਲਕੁਲ ਇੱਕ ਪਾਰਟਨਰ ਬਣ ਚੁੱਕੀ ਹੈ। ਦੇਖੋ ਇਹ ਤਾਂ ਜਿਹੜੇ ਹੋ ਗਏ ਨਾ ਸ਼ੈਲਟਰ ਹੋ ਗਏ ਜਾਂ ਜਿਹੜੇ ਸਿਟੀ ਦੇ ਰੈਕਗਨਾਈਜ਼ਡ ਜਗ੍ਹਾ ਹੋ ਗਈਆਂ ਜੀ ਜਿੱਥੇ ਲੋਕਾਂ ਨੂੰ ਰੱਖਿਆ, ਜਿਹੜੇ 2700 ਨੰਬਰ ਆ, ਤੇ ਜਿਹੜੇ ਪੈਟਸ ਦੀ ਆਪਾਂ ਗੱਲ ਕਰਦੇ ਆ, ਇਦੋਂ ਉੱਪਰ ਕਈ ਇਹੋ ਜਿਹੇ ਵੀ ਹੋਣਗੇ ਜਿਹੜੇ ਕਿਸੇ ਨਾ ਕਿਸੇ ਆਪਦੇ ਯਾਰ ਦੋਸਤ ਜਾਂ ਰਿਸ਼ਤੇਦਾਰ ਕੋਲੇ ਵੀ ਰਹਿੰਦੇ ਹੋਣ, ਬਿਲਕੁਲ, ਜਿਹੜੇ ਉਹ ਇਸ ਨੰਬਰ 'ਚ ਨਹੀਂ ਆਉਂਦੇ ਜੀ। ਸੋ ਬਹੁਤ ਹੋਰ ਵੀ ਜਿਹੜੇ ਲੋਕ ਨੇ ਇੱਥੇ ਪਹੁੰਚ ਰਹੇ ਨੇ ਔਰ ਇਸ ਦੇ ਨਾਲ ਕੈਲਗਰੀ ਤੇ ਜਿਹੜਾ ਆਸ-ਪਾਸ ਏਰੀਆ ਉਸ ਦੇ ਵਿੱਚ ਵੀ ਸਿਟੀ ਆਫ ਕੈਲਗਰੀ ਤੋਂ ਲੈ ਕੇ ਜਿਹੜੇ ਫੂਡ ਬੈਂਕਸ ਨੇ ਸਾਰੇ ਹੀ ਕਹਿ ਰਹੇ ਨੇ ਜੀ ਉਹਨਾਂ ਨੂੰ ਲੋੜ ਹੈ ਇਸ ਟਾਈਮ ਕਮਿਊਨਿਟੀ ਨੂੰ ਇਕੱਠਾ ਹੋਣ ਦੀ। ਅਗਲੀ ਖਬਰ ਦੀ ਵੀ ਗੱਲ ਕਰਦੇ ਹਾਂ ਜਿਸ ਦੇ ਵਿੱਚ ਡਿਮਾਂਡ ਜਿਹੜੀ ਹੈ ਬਹੁਤ ਵੱਧ ਗਈ ਹੈ ਕੈਲਗਰੀ ਫੂਡ ਬੈਂਕ, ਜਿੱਥੇ ਉਹ ਕਈ ਹੋਰ ਕਮਿਊਨਿਟੀਜ਼ ਨੂੰ ਵੀ ਜਿਹੜਾ ਕੈਲਗਰੀ ਫੂਡ ਬੈਂਕ ਸਪੋਰਟ ਕਰਦਾ, ਜਿਸ ਦੇ ਵਿੱਚ ਰਿਫਿਊਜੀਜ਼ ਵੀ ਆਉਂਦੇ ਨੇ, ਹੋਰ ਵੀ ਜਿਹੜੇ ਲੋਕ ਨੇ ਉਹ ਆਉਂਦੇ ਨੇ। ਔਰ ਹੁਣ ਯੈਲੋ ਨਾਈਫ ਤੋਂ ਜਾਂ ਕਈ ਕਲੋਨਾਂ ਤੋਂ ਵੀ ਜਿਹੜੇ ਇੱਥੇ ਲੋਕ ਪਹੁੰਚੇ ਨੇ ਉਹਨਾਂ ਨੂੰ ਵੀ ਹੈਲਪ ਦੀ ਜਿਹੜੀ ਹੈ ਬਹੁਤ ਜ਼ਿਆਦਾ ਲੋੜ ਹੈ ਤੇ ਮੈਨੂੰ ਲੱਗਦਾ ਭਾਜੀ ਕਮਿਊਨਿਟੀ ਨੂੰ ਵਾਕਈ ਇਸ ਟਾਈਮ ਇਕੱਠੇ ਹੋਣ ਦੀ ਲੋੜ ਹੈ। ਬਿਲਕੁਲ, ਦੇਖੋ ਜਦੋਂ ਗੱਲ ਆਉਂਦੀ ਹੈ ਨਾ ਸ਼ਵੀ ਜੀ ਫੂਡ ਬੈਂਕ ਦੀ, ਫੂਡ ਬੈਂਕ ਦੇ ਨਾਮ ਤੇ ਬਹੁਤ ਲੋਕ ਉਹਦੀ ਸਪੋਰਟ ਕਰਦੇ ਆ ਜੀ। ਬਹੁਤ ਸਟੋਰਾਂ ਦੇ ਵਿੱਚ ਜਦੋਂ ਆਪਾਂ ਜਾਂਦੇ ਆ ਨਾ, ਉਹਨਾਂ ਨੇ ਬਿਨ ਬਣਾ ਕੇ ਰੱਖੀ ਹੁੰਦੀ ਆ ਜਿੱਥੇ ਤੁਸੀਂ ਕੋਈ ਨਾ ਕੋਈ ਚੀਜ਼ ਲੈ ਕੇ ਉੱਥੋਂ ਉਹਦੀ ਪੇਮੈਂਟ ਕਰਕੇ ਤੇ ਉਹਦੇ ਵਿੱਚ ਤੁਸੀਂ ਰੱਖ ਸਕਦੇ ਜੀ। ਸੋ ਕੋਈ ਜ਼ਰੂਰੀ ਨਹੀਂ ਵੀ ਆਪਾਂ ਜਾ ਕੇ ਹੀ ਉੱਥੇ ਫੂਡ ਬੈਂਕ ਨੂੰ ਜੋ ਕੁਝ ਡੋਨੇਸ਼ਨ ਦੇਣੀ ਆ। ਅਸੀਂ ਇਹ ਵੀ ਇੱਕ ਢੰਗ ਆ, ਗਰੋਸਰੀ ਸਟੋਰ ਤੇ ਜਾਓ, ਗਰੋਸਰੀ ਸਟੋਰ ਤੇ ਜਾ ਕੇ ਉਹਨਾਂ ਦੀ ਬਿਨ ਕਿਤੇ ਬਣਾ ਕੇ ਰੱਖੀ ਆ, ਉੱਥੇ ਜਿਹੜੇ ਡਰਾਈ ਫੂਡ ਹੈਗੇ ਆ ਜਿਹੜੇ ਜਿਵੇਂ ਕੋਈ ਡੁੱਲਣ ਵਾਲਾ ਨਹੀਂ ਜਾਂ ਕੁਝ ਹੋਰ ਇਹੋ ਜਿਹੇ, ਜਾਂ ਕੈਨ ਫੂਡ ਹੈਗੇ ਆ, ਜਾਂ ਬੱਚਿਆਂ ਦਾ ਜੇ ਕੋਈ ਡਾਈਪਰ ਹੋ ਗਏ ਜਾਂ ਬੱਚਿਆਂ ਦਾ ਫੂਡ ਹੋ ਗਿਆ, ਤੇ ਨਾਲ ਦੀ ਨਾਲ ਜੇ ਹੁਣ ਪੈਟਸ ਦੀ ਆਪਾਂ ਗੱਲ ਕਰਦੇ ਆ ਤਾਂ ਉਹਦੇ ਚ ਜੇ ਕੋਈ ਪੈਟ ਫੂਡ ਜਿਹੜੇ ਜਾਨਵਰ ਆ ਉਹਨਾਂ ਦਾ ਖਾਣਾ ਜਿਹੜਾ ਉਹ ਤੁਸੀਂ ਲੈ ਕੇ ਉਹਦੀ ਪੇਮੈਂਟ ਕਰਕੇ ਤੇ ਉਸ ਬਿਨ ਦੇ ਵਿੱਚ ਰੱਖ ਸਕਦੇ ਜੀ। ਜਿਹੜੇ ਕੈਲਗਰੀ ਫੂਡ ਬੈਂਕ ਦੇ ਪ੍ਰੈਜ਼ੀਡੈਂਟ ਔਰ CEO ਨੇ ਮੈਲਿਸਾ, ਉਹਨਾਂ ਨੇ ਕਿਹਾ ਜੀ ਕੈਲਗਰੀ ਦਾ ਦਿਲ ਬਹੁਤ ਵੱਡਾ, ਕਿਉਂਕਿ ਜੇ ਸਟੈਂਪੀਡ ਦੀ ਅਸੀਂ ਗੱਲ ਕਰਦੇ ਹਾਂ ਤੇ ਸਟੈਂਪੀਡ ਗਰਾਊਂਡਸ ਤੋਂ ਇਲਾਵਾ ਹਰ ਥਾਂ ਤੇ ਹਰ ਕਮਿਊਨਿਟੀ ਦੇ ਵਿੱਚ ਫ੍ਰੀ ਬ੍ਰੇਕਫਾਸਟ ਜਿਹੜੇ ਨੇ, ਫ੍ਰੀ ਬਾਰਬੀਕਿਊਜ਼ ਜਿਹੜੇ ਨੇ ਉਹ ਕੀਤੇ ਜਾਂਦੇ ਨੇ। ਔਰ ਹੁਣ ਐਕਚੁਅਲੀ ਸਮਾਂ ਉਹ ਕਹਿੰਦੇ ਨੇ ਜੋ ਇਹ ਫ੍ਰੀ ਬਾਰਬੀਕਿਊ ਜਾਂ ਫ੍ਰੀ ਬ੍ਰੇਕਫਾਸਟ ਜਾਂ ਫ੍ਰੀ ਚੀਜ਼ਾਂ ਕਰਨ ਦਾ ਮਿਲ ਜੁਲ ਕੇ ਇਹ ਕਰਨਾ ਚਾਹੀਦਾ ਹੈ। ਜਿਵੇਂ ਆਪਾਂ ਲੰਗਰ ਕਹਿੰਦੇ ਆ, ਲੰਗਰ ਲਾਉਣ ਦੀ ਜਿਹੜੀ ਹੁਣ ਵਾਕਈ ਲੋੜ ਹੈ, ਕਿਉਂਕਿ ਕੱਲੇ ਹੀ ਕੈਲਗਰੀ ਫੂਡ ਜਿਹੜਾ ਕੱਲਾ ਕੈਲਗਰੀ ਫੂਡ ਬੈਂਕ ਹੈ ਉਹ ਕਹਿੰਦੇ ਪੀਪਲ ਇਨ ਨੀਡ ਇਨ ਕੈਲਗਰੀ ਉਹਨਾਂ ਨੂੰ ਨਹੀਂ ਸਪੋਰਟ ਕਰ ਰਿਹਾ, ਉਹ ਇਵੈਕੂਈਜ਼ ਨੂੰ ਵੀ ਸਪੋਰਟ ਕਰ ਰਿਹਾ, ਜਿਵੇਂ ਤੁਸੀਂ ਦੱਸਿਆ ਪੈਟਸ ਨੂੰ ਵੀ ਸਪੋਰਟ ਕਰ ਰਿਹਾ। ਔਰ ਰੋਜ਼ ਦੇ ਰੋਜ਼ ਲੋਕ ਇੱਥੇ ਆ ਰਹੇ ਨੇ ਔਰ ਬਹੁਤ ਜ਼ਿਆਦਾ ਨੀਡ 'ਚ ਨੇ। ਔਰ ਇਹਦੇ 'ਚ ਕੋਈ ਕਈ ਵਾਰ ਕੀ ਹੁੰਦਾ ਭਾਜੀ, ਜਦੋਂ ਅਸੀਂ ਸੋਚਦੇ ਹਾਂ ਨਾ ਕਿ ਅਸੀਂ ਬਾਰਬੀਕਿਊ ਕਰਨਾ ਹੈ ਜਾਂ ਫ੍ਰੀ ਬ੍ਰੇਕਫਾਸਟ ਕਰਨਾ, ਪਤਾ ਨਹੀਂ ਲੋਕ ਪਹੁੰਚਣਗੇ ਨਹੀਂ ਪਹੁੰਚਣਗੇ, ਜਿਹੜੇ ਨੀਡ ਦੇ ਵਿੱਚ ਹੋਣ ਆਪਾਂ ਫਿਰ ਵੀ ਕਰੀ ਜਾਂਦੇ। ਮੈਂ ਤੁਹਾਨੂੰ ਯਾਦ ਹੋਣਾ ਜਦੋਂ ਆਪਾਂ ਸਟੈਂਪੀਡ ਦੀ ਗੱਲ ਕਰਦੇ ਸੀ ਨਾ, ਮੈਂ ਉਦੋਂ ਵੀ ਗੱਲ ਕਰੀ ਸੀ ਵੀ ਜਿਹੜਾ ਇਹ 10 ਦਿਨਾਂ ਦਾ ਦੌਰ ਚੱਲਦਾ ਹੈ ਨਾ ਜੀ ਬਾਰਬੀਕਿਊ ਤੇ ਬ੍ਰੇਕਫਾਸਟ ਦਾ,
ਇਹ ਸਾਰਾ ਟਾਈਮ ਹੀ ਹੋਣਾ ਚਾਹੀਦਾ, ਸਾਰਾ ਟਾਈਮ ਹੋਣਾ ਚਾਹੀਦਾ। ਨਾਲ ਦੀ ਨਾਲ ਜੇ ਅਸੀਂ ਦੇਖਦੇ ਹਾਂ ਛਵੀ ਜੀ, ਗੱਲ ਕਰਦੇ ਹਾਂ ਤਾਂ ਜਿਹੜੇ ਆਪਣੇ ਗੁਰੂ ਘਰ ਹੈ ਜੀ, ਦੋਨੋਂ ਹੀ ਜੀ, ਸਾਊਥ ਵੈਸਟ ਤੇ ਨਾਰਥ ਈਸਟ, ਮਾਰਟਨਡੇਲ ਜੀ, ਮਾਰਟਨਡੇਲ ਜਿਹੜਾ ਗੁਰੂ ਘਰ ਆ ਉਹ ਹਮੇਸ਼ਾ ਹੀ ਅੱਗੇ ਲੰਗਰ ਲਾਉਂਦੇ ਆ ਕਿਤੇ ਨਾ ਕਿਤੇ ਜਾ ਕੇ। ਬਿਲਕੁਲ। ਤੇ ਹੁਣ ਮੈਨੂੰ ਨਹੀਂ ਪਤਾ ਪੱਕਾ ਵੀ ਇਹਨਾਂ ਨੇ ਕਰਿਆ ਜਾਂ ਨਹੀਂ ਕਰਿਆ, ਪਰ ਅਕਸਰ ਕਰਦੇ ਆ ਜੀ, ਕਰਦੇ ਆ। ਔਰ ਗੁਰੂ ਨਾਨਕ ਫ੍ਰੀ ਕਿਚਨ ਵੀ ਜਿਹੜਾ ਹਰ ਸੰਡੇ ਡਾਊਨਟਾਊਨ ਏਰੀਆ ਦੇ ਵਿੱਚ ਜਿਹੜਾ ਹੈ ਉੱਥੇ ਜਾ ਕੇ ਵੀ ਤੁਸੀਂ ਕਰ ਸਕਦੇ ਹੋ। ਪਰ ਪਤਾ ਕੀ ਹੈ ਭਾਜੀ, ਅਵੇਅਰਨੈਸ ਦੀ ਮੈਨੂੰ ਲੱਗਦਾ ਲੋੜ ਹੋਰ ਜ਼ਿਆਦਾ ਹੋਈ ਹੈ, ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਇਦਾਂ ਦੇ ਜਿਹੜੇ ਫੂਡ ਬੈਂਕਸ ਨੇ ਜਾਂ ਜਿਹੜੇ ਲੰਗਰ ਲੱਗਦੇ ਨੇ ਉਹਨਾਂ ਦੀ ਅਵੇਅਰਨੈਸ ਅਸੀਂ ਵੀ ਆਪਣੇ ਚੈਨਲ ਤੇ ਕਰੀਏ ਤੇ ਲੋਕਾਂ ਤੱਕ ਪਹੁੰਚਾਈਏ ਤੇ ਹੈਲਪ ਆਊਟ ਕਰੀਏ। ਔਰ ਅਗੇਨ ਜਿੰਨੇ ਵੀ ਲੋਕ ਇਹ ਪ੍ਰੋਗਰਾਮ ਦੇਖ ਰਹੇ ਨੇ, ਜੋ ਕਿ ਵੱਡੇ ਵੱਡੇ ਬਿਜ਼ਨਸਮੈਨ ਵੀ ਨੇ, ਬਿਜ਼ਨੈਸਸ ਜਿਹੜੇ ਸਟੈਂਪੀਡ ਬ੍ਰੇਕਫਾਸਟ, ਸਟੈਂਪੀਡ ਬਾਰਬੀਕਿਊ ਵਿਦ ਫੁੱਲ ਗਨਸ ਜਿਹਨੂੰ ਕਹਿੰਦੇ ਨੇ, ਉਹ ਕਰਦੇ ਨੇ ਨਾ, ਉਹਦੇ ਵਿੱਚ ਜੇ ਬੇਸਿਕ ਆਪਾਂ ਪੈਕੇजेस ਬਣਾ ਦਈਏ ਨਾ, ਮੈਨੂੰ ਭਾਵੇਂ ਤੁਸੀਂ ਸਟੈਂਪੀਡ ਬ੍ਰੇਕਫਾਸਟ ਜਾਂ ਸਟੈਂਪੀਡ ਬਾਰਬੀਕਿਊ ਕਰ ਲਓ, ਕਿਉਂਕਿ ਵੀ ਆਰ ਫਰਮ ਕੈਲਗਰੀ ਤੇ ਹੈ ਨਾ, ਕਾਊਬॉय ਥੀਮ ਦੇ ਵਿੱਚ ਭਾਵੇਂ ਕਰ ਲਓ ਜਾਂ ਜਿਵੇਂ ਵੀ ਤੁਹਾਨੂੰ ਲੱਗਦਾ ਕਰ ਲਓ, ਪਰ ਲੋਕਾਂ ਤੱਕ ਇਹ ਜਿਹੜੇ ਪੈਕੇजेस ਨੇ ਬਣਾ ਕੇ ਜ਼ਰੂਰ ਪਹੁੰਚਾਓ, ਕਿਉਂਕਿ ਜਿਹੜੇ ਬੱਚੇ ਨੇ ਜਿਹੜੇ ਉੱਥੇ ਆਪਣੇ ਉਜੜ ਕੇ ਆਏ ਨੇ, ਕਈ ਵਾਰ ਉਹ ਐਸੇ ਮੁਕਾਮ ਤੇ ਹੁੰਦੇ ਨੇ ਕਿ ਕਹਿਣਾ ਵੀ ਉਹਨਾਂ ਲਈ ਔਖਾ ਹੁੰਦਾ ਕਿ ਵੀ ਨੀਡ ਸਮ ਹੈਲਪ। ਬਿਲਕੁਲ ਜੀ, ਬਿਲਕੁਲ। ਦੇਖੋ ਆਪਾਂ ਅਕਸਰ ਇਨਸਾਨ ਹੈ ਜੀ, ਇੱਕਦਮ ਕਹਿਣਾ ਬਹੁਤ ਔਖਾ ਜੀ, ਔਖਾ। ਬਿਲਕੁਲ। ਹੁਣ ਦੇਖੋ ਇੱਕ ਪਾਸੇ ਤਾਂ ਆਪਾਂ ਗੱਲ ਕਰਦੇ ਆ ਜਿਹੜੇ ਅੱਗ ਕਾਰਨ ਉਹਨਾਂ ਨੂੰ ਆਪਦਾ ਘਰ ਛੱਡਣਾ ਪਿਆ ਜੀ, ਤੇ ਆ ਕੇ ਚਲੋ ਕੈਲਗਰੀ ਆ ਗਏ ਜਾਂ ਕਿਤੇ ਹੋਰ ਚਲੇ ਗਏ, ਉਹਨਾਂ ਦੀ ਸਹਾਇਤਾ ਲੋਕ ਵੀ ਕਰ ਰਹੇ ਆ ਤੇ ਜਿਹੜੀਆਂ ਗਵਰਨਮੈਂਟ ਆ ਉਹ ਵੀ ਕਰ ਰਹੀਆਂ ਜੀ। ਦੂਜੇ ਪਾਸੇ ਅਸੀਂ ਦੇਖੋ ਗੱਲਾਂ ਕਰਦੇ ਆ, ਦੇਖਦੇ ਆ, ਤੇ ਆਪਾਂ ਇੱਕ ਦੋ ਵਾਰੀ ਪ੍ਰੋਗਰਾਮ ਦੇ ਵਿੱਚ ਕਰਿਆ ਵੀ ਆ, ਜਿਹੜੇ ਚੰਗੇ ਭਲੇ ਲੋਕ ਹੈਗੇ ਆ, ਜਿਹੜੇ ਜਿਵੇਂ ਕੋਈ ਰਿਫਿਊਜੀ ਆਇਆ ਇੱਥੇ ਤੇ ਗਵਰਨਮੈਂਟ ਨੇ ਉਹਨਾਂ ਦੀ ਪੂਰੀ ਸਹਾਇਤਾ ਕਰਕੇ ਉਹਨਾਂ ਦਾ ਘਰ ਦਾ ਕਿਰਾਇਆ ਤੱਕ ਵੀ ਦਿੱਤਾ ਤੇ ਉਹ ਵੀ ਮੰਗਦੇ ਆ ਖੜ ਕੇ ਜੀ ਕਈ ਵਾਰ। ਹਾਂਜੀ, ਦੇਖਦੇ ਹਾਂ ਅਸੀਂ। ਹਾਂਜੀ, ਸੋ ਉਹ ਆਪਾਂ ਗੱਲ ਕੰਪੇਅਰ ਕਰਦੇ ਆਂ ਵੀ ਉੱਥੇ ਸਾਨੂੰ ਜ਼ਰੂਰਤ ਹੈਗੀ ਜਦੋਂ ਸਾਨੂੰ ਸਾਰਾ ਕੁਝ ਮਿਲ ਰਿਹਾ, ਸਾਨੂੰ ਉੱਥੇ ਸਪੋਰਟ ਮਿਲ ਰਹੀ ਹੈ, ਤੇ ਜਿਨ੍ਹਾਂ ਕੋਲੇ ਨਹੀਂਗਾ ਕੁਝ ਵੀ, ਜਿਹੜਾ ਸਾਰਾ ਕੁਝ ਗਵਾਏ, ਉਹਨਾਂ ਦੀ ਤਾਂ ਸਾਨੂੰ ਜਿੰਨੀ ਵੱਧ ਤੋਂ ਵੱਧ ਕਰ ਸਕਦੇ ਆ ਕਰਨੀ ਚਾਹੀਦੀ ਹੈ। ਬਿਲਕੁਲ ਕਰਨੀ ਚਾਹੀਦੀ ਹੈ ਜੀ, ਔਰ ਅਸੀਂ ਵੀ ਆਪਣੇ ਵੱਲੋਂ ਜ਼ਰੂਰ ਐਫਰਟ ਕਰਾਂਗੇ। ਔਰ ਤੁਸੀਂ ਵੀ ਜੇ ਘਰੇ ਬੈਠੇ ਸ਼ੋਅ ਦੇਖ ਰਹੇ ਹੋ ਜਿੱਥੇ ਵੀ ਹੋ, ਤੇ ਇੱਕ ਐਫਰਟ ਜ਼ਰੂਰ ਕਰਨਾ ਬਣਦਾ ਹੈ ਆਪਣੀ ਕਮਿਊਨਿਟੀ ਨੂੰ, ਜਿਹੜੀ ਇਹ ਕੈਲਗਰੀ ਸਪੈਸ਼ਲੀ ਜਿਹੜੇ ਲੋਕ ਵਸਦੇ ਨੇ, ਕਿਉਂਕਿ ਕੈਲਗਰੀ ਵੱਧ ਕੇ ਜਿਹੜਾ ਹੈ ਉਹ ਹੈਲਪ ਆਊਟ ਕਰ ਰਿਹਾ। ਸੋ ਅਸੀਂ ਸਾਡੀ ਵੀ ਡਿਊਟੀ। ਮੈਂ ਨਾਲ ਦੀ ਨਾਲ ਨਾ ਥੋੜੀ ਜੀ ਐਡ ਕਰੂੰਗਾ, ਕਲੋਨਾ ਵੀ ਸਿਚੁਏਸ਼ਨ ਖਰਾਬ ਸੀਗੀ, ਹੁਣ ਥੋੜੀ ਠੀਕ ਹੈ ਜੀ। ਉੱਥੇ ਜਿਹੜੀ ਖਾਲਸਾ ਏਡ ਨੇ, ਹਾਂਜੀ, ਇੱਕ ਦੀਵਾਨ ਸੁਸਾਇਟੀ, ਅੱਛਾ, ਗੁਰਦੁਆਰਾ ਹੈ ਉੱਥੇ ਐਬਸਫੋਰਡ, ਠੀਕ ਹੈ ਜੀ। ਉਸ ਗੁਰਦੁਆਰਾ ਸਾਹਿਬ ਵੱਲੋਂ ਵੀ ਬਹੁਤ ਵਧੀਆ ਪ੍ਰਬੰਧ ਕਲੋਨੇ ਵਾਸਤੇ ਕਰਿਆ ਗਿਆ। ਉਹ ਹਰ ਰੋਜ਼ 2-3 ਟਰੱਕ ਖਾਣ ਪੀਣ ਦੇ ਸਮਾਨ ਦਾ ਆਉਂਦਾ ਪਿਛਲੇ 3 ਦਿਨਾਂ ਤੋਂ, ਤੇ ਉਹਦੇ ਚ ਜਿਹੜੇ ਲੋਕ ਸਾਡੇ ਭੈਣ ਭਰਾ ਲੱਗੇ ਹੋਏ ਆ, ਵੋਲੰਟੀਅਰ ਕਰ ਰਹੇ ਆ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ, ਜਿਹੜੇ ਖਾਲਸਾ ਦੀਵਾਨ ਸੁਸਾਇਟੀ ਦੇ ਨਾਲ ਤੇ ਨਾਲ ਦੀ ਨਾਲ ਖਾਲਸਾ ਏਡ ਆ ਜਿਹੜੀ, ਉਹਦੇ ਨਾਲ ਵੀ ਜਿਹੜੇ ਜੁੜੇ ਆ, ਉਹਨਾਂ ਦਾ ਵੀ ਅਸੀਂ ਬੀ ਚੈਨਲ ਦੇ ਥਰੂ ਜਾਂ ਆਪਣੀ ਜਿਹੜੀ ਟੀਮ ਹੈ ਉਹਦੇ ਪੂਰਾ ਧੰਨਵਾਦ ਸਹਿਯੋਗ ਦਿੰਦੇ ਆ। ਜੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਸਹਾਇਤਾ ਕਿਸੇ ਨੂੰ ਵੀ ਜ਼ਰੂਰਤ ਹੈ ਤਾਂ ਤੁਸੀਂ ਉੱਥੇ ਉਹ ਦੋਨਾਂ ਸੁਸਾਇਟੀਆਂ ਨੂੰ ਕੰਟੈਕਟ ਕਰ ਸਕਦੇ ਹੋ। ਔਰ ਕੈਲਗਰੀ ਦੇ ਵਿੱਚ ਫਿਰ ਤੋਂ ਮੈਂ ਕਹੂੰਗਾ ਕਿ ਹੋਰ ਕੁਝ ਨਹੀਂ ਤਾਂ ਜਿਹੜਾ ਬੇਸਿਕ ਸਮਾਨ ਹੁੰਦਾ ਹੈ, ਕੈਂਡ ਫੂਡ ਹੁੰਦਾ ਹੈ, ਬ੍ਰੈਡ ਹੁੰਦੀਆਂ, ਬੇਗਲਸ ਹੁੰਦੇ ਨੇ, ਮੱਖਣ ਹੈ, ਚੀਜ਼ ਹੈ, ਇਹ ਜਿਹੜੀਆਂ ਸਾਰੀਆਂ ਚੀਜ਼ਾਂ ਇੱਕ ਪੈਕ ਬਣਾ ਕੇ ਅਸੀਂ ਸਾਰੇ ਕੋਸ਼ਿਸ਼ ਕਰੀਏ ਕਿ ਉੱਥੇ ਪਹੁੰਚਾਈਏ, ਤੇ ਮੈਨੂੰ ਲੱਗਦਾ ਇੱਕ ਪੀਸ ਆਫ ਬ੍ਰੈਡ ਕੈਨ ਆਲਸੋ ਮੇਕ ਅ ਡਿਫਰੈਂਸ ਜੀ। ਭਾਜੀ ਅਗਲੀ ਖਬਰ ਵੱਲ ਚੱਲਦੇ ਹਾਂ, ਜਿੱਥੇ ਜਿਹੜੀ ਸ਼ੂਟਿੰਗ ਹੈ, ਜਿਹਨੂੰ ਕਹਿ ਲਓ ਜਿਹੜੀ ਗੋਲੀਆਂ ਚੱਲਣੀਆਂ ਨੇ, ਬੰਦ ਹੀ ਨਹੀਂ ਹੋ ਰਹੀਆਂ ਜੀ ਐਲਬਰਟਾ ਦੇ ਵਿੱਚ। ਮੈਨੂੰ ਲੱਗਦਾ ਕਿ ਇਹ ਹੁਣ ਸੀਰੀਜ਼ ਹੀ ਸ਼ੁਰੂ ਹੋ ਗਈ ਹੈ, ਜਿੱਥੇ 3 ਮਾਲਸ ਦੀ ਅਸੀਂ ਅਲੱਗ-ਅਲੱਗ ਮਾਲਸ ਦੀ ਆਪਾਂ ਗੱਲ ਕੀਤੀ ਸੀਗੀ, ਜਿਸ ਦੇ ਵਿੱਚ ਕੱਲ ਪਰਸੋਂ ਦੀ ਗੱਲ ਹੈ, ਸ਼ਾਇਦ 2-3 ਦਿਨ ਪਹਿਲਾਂ ਅਸੀਂ ਐਡਮਿੰਟਨ ਮਾਲ ਦੇ ਵਿੱਚ ਗੱਲ ਕੀਤੀ ਸੀ, ਫਿਰ ਉਸ ਤੋਂ ਪਹਿਲਾਂ ਡੇਅਰਫੁੱਟ ਮਾਲ ਕੈਲਗਰੀ ਦੀ ਗੱਲ ਕੀਤੀ ਸੀ, ਔਰ ਉਸ ਤੋਂ ਪਹਿਲਾਂ ਮਾਰਕੀਟ ਮਾਲ ਦੀ ਵੀ ਗੱਲ ਕੀਤੀ ਸੀ, ਔਰ ਹੁਣ ਬਰੁਕਸ ਜੋ ਕਿ ਥੋੜੀ ਕਿ ਦੂਰ ਹੈ ਜੀ ਆਪਣੇ ਸ਼ਹਿਰ ਤੋਂ, ਉੱਥੇ ਇੱਕ ਨਾਈਟ ਕਲੱਬ ਦੇ ਵਿੱਚ ਹਾਂਜੀ ਗੋਲੀ ਚੱਲੀ ਹੈ ਜੀ, ਔਰ ਉਹਨਾਂ ਨੂੰ ਫਲਾਈਟ ਦੇ ਰਾਹੀਂ, ਜਿਹੜੀ ਆਪਾਂ ਕਹਿੰਦੇ ਐਂਬੂਲੈਂਸ ਹੁੰਦੀ ਆ, ਉਹਦੇ ਰਾਹੀਂ ਲੈ ਕੇ ਜਾਇਆ ਗਿਆ ਜੀ ਹਸਪਤਾਲ ਦੇ ਵਿੱਚ। ਬਿਲਕੁਲ ਜੀ। ਦੇਖੋ, ਜਦੋਂ ਅਸੀਂ
ਖਬਰਾਂ ਸ਼ੇਅਰ ਕਰਦੇ ਆ ਨਾ ਜਾਂ ਗੱਲ ਕਰਦੇ ਆ ਖਬਰਾਂ ਦੀ, ਜਦੋਂ ਇਹੋ ਜਿਹੀਆਂ ਖਬਰਾਂ ਆਉਂਦੀਆਂ ਸ਼ਵੀ ਜੀ, ਉਦੋਂ ਮਨ ਨਾ ਬਹੁਤ ਖਰਾਬ ਹੁੰਦਾ। ਦੇਖੋ ਗੋਲੀ ਮਾਰਨ ਦਾ, ਕਿਸੇ ਦੀ ਜਾਨ ਲੈਣ ਦਾ ਕਿਸੇ ਕੋਲੇ ਕੋਈ ਹੱਕ ਨਹੀਂ ਜੀ। ਤੁਹਾਨੂੰ ਕੋਈ ਗੱਲ ਥੋੜੀ ਬਹੁਤੀ ਗਲਤਫਹਿਮੀ ਹੋ ਗਈ, ਉਹਨੂੰ ਤੁਸੀਂ ਬਹਿ ਕੇ ਗੱਲ ਕਰ ਲਓ, ਸਮਝਾ ਲਓ, ਪਰ ਇੱਕ ਗੋਲੀ ਮਾਰ ਕੇ ਕਿਸੇ ਨੂੰ ਮਾਰ ਦੇਣਾ, ਉਹਦਾ ਕੋਈ, ਗੋਲੀ ਮਾਰ ਕੇ ਇੱਕ ਚਾਕੂ ਦੀ ਵਾਰਦਾਤ ਵੀ ਹੋਈ ਸੀ ਜੀ ਪਿੱਛੇ, ਉਹ ਵੀ ਮਾਲ ਵਗੈਰਾ ਦੇ ਵਿੱਚ ਹੋਈ ਸੀ, ਪਬਲਿਕ ਪਲੇਸ ਦੇ ਵਿੱਚ। ਸੋ ਇਦਾਂ ਨਹੀਂ, ਉਹ ਸਟੇਸ਼ਨ ਦੇ ਵਿੱਚ ਹੋਈ ਸੀ ਜੀ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਇਹ ਮੈਨੂੰ ਲੱਗਦਾ ਕਿ ਬਹੁਤ ਵੱਧਦੀਆਂ ਜਾ ਰਹੀਆਂ ਨੇ ਐਲਬਰਟਾ ਦੇ ਵਿੱਚ, ਜਿੱਥੇ ਬਰੁਕਸ ਦੇ ਵਿੱਚ RCMP ਜਦੋਂ ਪਹੁੰਚੀ ਜੀ ਨਾਈਟ ਕਲੱਬ ਦੇ ਵਿੱਚ। ਲੰਘੇ ਵੀਰਵਾਰ ਦੀ ਗੱਲ ਹੈ ਜੀ, ਸਵੇਰੇ 1 ਵਜੇ, ਯਾਨੀ ਕਿ ਵੈਨਸਡੇ ਰਾਤ ਕਹਿ ਲਓ ਜਾਂ ਥਰਸਡੇ ਸਵੇਰ ਕਹਿ ਲਓ, 1 ਵਜੇ ਅੱਧੀ ਰਾਤ ਜਦੋਂ ਉੱਥੇ ਪਹੁੰਚੇ ਤੇ 45 ਸਾਲਾ ਇੱਕ ਬੰਦੇ ਨੂੰ ਗੋਲੀ ਜਿਹੜੀ ਹੈ ਉਹ ਮਾਰ ਦਿੱਤੀ ਗਈ ਸੀ। ਔਰ ਉਹਨਾਂ ਨੂੰ ਛੇਤੀ ਤੋਂ ਛੇਤੀ ਜਿਹੜਾ ਹੈ ਗੋਲੀ ਦੇ ਸ਼ਾਟ ਦੇ ਨਾਲ, ਯਾਨੀ ਕਿ ਕਹਿੰਦੇ ਨਾ ਗਨ ਸ਼ਾਟ ਵਾਊਂਡ ਦੇ ਨਾਲ, ਜ਼ਖਮ ਦੇ ਨਾਲ ਉਹਨਾਂ ਨੂੰ ਲੈ ਕੇ ਜਾਇਆ ਗਿਆ। ਕਾਫੀ ਜ਼ਖਮੀ ਹਾਲਾਤ ਦੇ ਵਿੱਚ ਸੀ, ਪਰ ਹੁਣ ਕਿਹਾ ਜਾ ਰਿਹਾ ਹੈ ਕਿ ਕੈਲਗਰੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਲੈ ਕੇ ਜਾਇਆ ਗਿਆ। ਦੇਖੋ ਕੈਲਗਰੀ, ਇੱਕ ਮਿੰਟ ਮੈਂ ਸੌਰੀ ਤੁਹਾਨੂੰ ਇੰਟਰਰਪਟ ਕਰਾਂ, ਕੈਲਗਰੀ ਹਸਪਤਾਲ ਚ ਲੈ ਆਇਆ ਤੇ ਬਾਈ ਏਅਰ। ਹੁਣ ਮੈਂ ਇੱਥੇ ਨਾ ਗੱਲ ਇੱਕ ਥੋੜੀ ਜਿਹੀ ਕਰੂੰਗਾ, ਤੁਸੀਂ ਉਸ ਤੋਂ ਬਾਅਦ ਜੀ। ਦੇਖੋ ਇੱਥੇ ਜਦੋਂ ਕੋਈ ਗੱਲ ਹੁੰਦੀ ਹੈ ਨਾ, ਫਟਾਫਟ ਇੱਕ ਚੀਜ਼ ਆਪਾਂ ਜ਼ਰੂਰ ਸ਼ੇਅਰ ਕਰਦੇ ਹਾਂ ਵੀ ਜਦੋਂ ਕੋਈ ਐਮਰਜੈਂਸੀ ਹੁੰਦੀ ਆ, ਕੋਈ ਕਿਸੇ ਦੀ ਜਾਨ ਦੀ ਗੱਲ ਹੁੰਦੀ ਆ ਜਾਂ ਕਿਸੇ ਦੇ ਜ਼ਿਆਦਾ ਸੱਟ ਵੱਜ ਜਾਂਦੀ ਆ, ਉਹਨੂੰ ਕਿੰਨਾ ਵਧੀਆ ਪ੍ਰਬੰਧ ਕਰਕੇ ਤੇ ਉਹਨੂੰ ਫਟਾਫਟ ਹਸਪੀਟਲ ਪਹੁੰਚਾਇਆ ਗਿਆ, 에ਅਰਲਿਫਟ ਕਰਕੇ। ਬਿਲਕੁਲ ਜੀ, ਬਿਲਕੁਲ। ਉਹ ਕਾਹਤੋਂ ਵੀ ਉਹਦੀ ਜਾਨ ਬਚਾਈ ਜਾਵੇ, ਬਾਕੀ ਸਾਰੇ ਕੰਮ ਬਾਅਦ ਚ। ਜੀ। ਔਰ ਬਹੁਤ ਛੇਤੀ ਉਹਨਾਂ ਨੂੰ ਪਹੁੰਚਾਇਆ ਗਿਆ। ਹੁਣ ਕਹਿੰਦੇ ਨੇ ਕਿ ਉਹਨਾਂ ਦੇ ਸਰਵਾਈਵਲ ਦੇ ਚਾਂਸਸ ਵੱਧ ਗਏ ਨੇ, ਔਰ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਆਪਣੀ अर्ਲੀ ਸਟੇਜਸ ਤੇ ਹੈਗੀ ਹੈ ਜੀ। ਕੋਈ ਅਰੈਸਟ ਹਜੇ ਨਹੀਂ ਕੀਤਾ ਗਿਆ ਹੈ ਪੁਲਿਸ ਵੱਲੋਂ, ਔਰ ਇਹ ਪੁਲਿਸ ਨੇ ਕਿਹਾ ਹੈ ਕਿ ਉਹਨਾਂ ਨੂੰ ਇਹ ਬਿਲਕੁਲ ਚੀਜ਼ ਦਾ ਅੰਦਾਜ਼ਾ ਜ਼ਰੂਰ ਹੈ ਕਿ ਕੋਈ ਰੈਂਡਮ ਸ਼ੂਟਿੰਗ ਨਹੀਂ ਸੀ ਜੀ, ਔਰ ਪਬਲਿਕ ਨੂੰ ਕੋਈ ਇਹਦੇ ਨਾਲ ਥ੍ਰੈਟ ਨਹੀਂ। ਅਗੇਨ ਇੱਕ ਟਾਰਗੇਟਡ ਹੀ ਇਹਨਾਂ ਨੂੰ ਲੱਗਦੀ ਹੈ ਕਿ ਇੱਕ ਦੂਜੇ ਨੂੰ ਜਾਣਦੇ ਹੀ ਹੋਣੇ। ਜਿੰਨੀਆਂ ਵੀ ਪਿਛਲੀਆਂ ਆਪਾਂ 3 ਸ਼ੇਅਰ ਕਰੀਆਂ ਜੀ, ਮਾਰਕੀਟ ਮਾਲ, ਡੀਅਰਫੁੱਟ ਮਾਲ, ਐਡਮਿੰਟਨ ਮਾਲ ਜੀ, ਉਹ ਤਿੰਨੇ ਹੀ ਤੇ ਚੌਥੀ ਇਹ ਜੀ ਇੱਕ ਹਫ਼ਤੇ ਦੇ ਵਿੱਚ ਜੀ 10 ਕੁ ਦਿਨਾਂ ਦੇ ਵਿੱਚ ਸਾਰੀਆਂ ਹੀ ਇਹ ਰੈਂਡਮ ਨਹੀਂ ਗਈਆਂ। ਟਾਰਗੇਟਡ ਹੈ ਜੀ। ਟਾਰਗੇਟਡ ਦਾ ਮਤਲਬ ਵੀ ਆਪੋ ਵਿੱਚ ਹੀ ਸੋਚ ਕੇ ਆਏ ਸੀ ਜੀ ਉਹ ਕਿ ਮਾਰਾਂਗਾ ਮੈਂ। ਆਪੋ ਵਿੱਚ ਹੀ ਕੋਈ ਪ੍ਰੋਬਲਮ ਹੈ, ਲੈਣ ਦੇਣ ਦੀ ਪ੍ਰੋਬਲਮ ਹੈ, ਹੋਰ ਕੁਝ ਨਹੀਂ ਕਹਿੰਦੇ ਜੀ। ਸੋ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਜਿਹੜੀਆਂ ਵਾਰਦਾਤਾਂ ਨੇ ਇਦਾਂ ਦੀਆਂ ਵੱਧਦੀ ਜਾ ਰਹੀਆਂ ਨੇ, ਜਿਸ ਦੇ ਵਿੱਚ ਮੌਤਾਂ ਵੀ ਹੋ ਰਹੀਆਂ ਨੇ, ਜ਼ਖਮੀ ਹੋ ਰਹੇ ਨੇ, ਔਰ ਪਬਲਿਕ ਪਲੇਸ ਦੇ ਵਿੱਚ ਜਦੋਂ ਇਹ ਹੁੰਦੀਆਂ ਜ਼ਿਆਦਾ ਖਤਰਨਾਕ ਹੋ ਜਾਂਦੀ ਹੈ ਜੀ। ਕਈ ਵਾਰ ਖਬਰ ਆਉਂਦੀਆਂ ਕਿਸੇ ਨੇ ਕਿਸੇ ਦੇ ਘਰ ਜਾ ਕੇ ਗੋਲੀ ਮਾਰਤੀ, ਉਹ ਬਿਲਕੁਲ ਟਾਰਗੇਟਡ ਹੁੰਦੀ ਹੈ ਜੀ, ਸਮਝ ਆ ਗਈ। ਪਰ ਇਹ ਜਿਹੜੇ ਪਬਲਿਕ ਪਲੇਸਿਸ 'ਚ ਖੁੱਲ੍ਹੇਆਮ ਸ਼ਰੇਆਮ ਹੋਣ ਲੱਗੇ, ਕਿਉਂਕਿ ਜਿਹੜੇ ਨਾਈਟ ਕਲੱਬਸ ਨੇ ਉਹ ਬਹੁਤ ਜ਼ਿਆਦਾ ਉਹਦੇ ਕਹਿੰਦੇ ਨੇ ਭੀੜ ਹੁੰਦੀ ਜੀ ਉਸ ਟਾਈਮ, ਤੇ ਰਾਤ ਨੂੰ ਅੱਧੀ ਰਾਤ ਉਸ ਤੋਂ ਬਾਅਦ ਲੋਕੀ ਕੁਝ ਖਾਂਦੇ ਪੀਂਦੇ ਨੇ। ਬਾਹਰ ਜਿਹੜਾ ਏਰੀਆ ਹੁੰਦਾ ਭਰਿਆ ਹੁੰਦਾ ਜੀ, ਔਰ ਯੰਗਸਟਰਸ ਨਾਲ ਜ਼ਿਆਦਾਤਰ ਭਰਿਆ ਹੁੰਦਾ ਇਹ, ਤੇ ਉੱਥੇ ਜਿਹੜੀ ਕਾਫੀ ਪੋਪੂਲੇਸ਼ਨ ਜਿਹੜੀ ਹੈ ਉੱਥੇ ਪਹੁੰਚੀ ਹੁੰਦੀ ਹੈ, ਔਰ ਇੱਦਾਂ ਦੀ ਵਾਰਦਾਤ ਹੋ ਜਾਣਾ, ਲੋਕਾਂ ਦੇ ਵਿੱਚ ਵੀ ਡਰ ਦਾ ਜਿਹੜਾ ਮਾਹੌਲ ਹੈ ਉਹ ਪੈਦਾ ਹੋਣ ਲੱਗਾ। ਬਰੁਕਸ ਵਰਗਾ ਭਾਜੀ ਛੋਟਾ ਜਿਹੜਾ ਸ਼ਹਿਰ ਹੈ, ਜਿੱਥੇ ਕ੍ਰਾਈਮ ਰੇਟ ਕਹਿੰਦੇ ਹੁੰਦੇ ਸੀਗੇ ਹਜੇ ਬਹੁਤ ਘੱਟ ਹੈ, ਉੱਥੇ ਵੀ ਇਦਾਂ ਦੀ ਵਾਰਦਾਤ ਹੋ ਗਈ। ਬਰੁਕਸ ਬਹੁਤਾ ਵੱਡਾ ਸ਼ਹਿਰ ਨਹੀਂ, ਛੋਟਾ ਸ਼ਹਿਰ ਹੈ ਹਾਂਜੀ। ਪਰ ਜਦੋਂ ਜਿਹੜੀ ਹੈ ਨਾ ਇੱਕ ਦੂਜੇ ਦੇ ਨਾਲ ਜਿਹੜੀ ਡੀਲਿੰਗ ਹੈ, ਤੇ 90% ਜਿਹੜੀ ਇਹ ਡੀਲਿੰਗ ਹੈ ਨਾ ਜੀ ਡਰੱਗਸ ਦੀ। ਹਾਂਜੀ, ਆਪਾਂ ਇਹ ਨਹੀਂ ਕਹਿੰਦੇ ਵੀ ਹੈਗੀ ਹੈ, ਜ਼ਰੂਰੀ ਨਹੀਂ, ਪਰ ਹੁੰਦਾ ਬੇਸਿਕਲੀ ਇਹ ਜਿਹਾ ਕੁਛ ਹੈ। ਜਾਂ ਕਦੇ ਜਿਵੇਂ ਹੁਣ ਇਹ 45 ਸਾਲ ਦਾ, ਹਾਂਜੀ, ਮੋਸਟਲੀ ਜਿਹੜੇ ਨਾਈਟ ਕਲੱਬਸ ਹੈਗੇ ਆ 30-32 ਐਵਰੇਜ 25 ਸਾਲ ਦੀ ਉਮਰ ਹੁੰਦੇ ਆ, ਜਦੋਂ 18 ਤੋਂ ਲੈ ਕੇ 45-50 ਵਾਲੇ ਨਾਈਟ ਕਲੱਬ 'ਚ ਬਹੁਤ ਘੱਟ ਜਾਂਦੇ ਨੇ। ਹਾਂਜੀ, ਉਹ ਮੋਸਟਲੀ ਪਬਸ ਦੇ ਵਿੱਚ ਜਾਂਦੇ ਨੇ, ਰਾਈਟ। ਉੱਥੇ ਕੋਈ ਨਾ ਕੋਈ ਇਹਨਾਂ ਦਾ ਇਸ਼ੂ ਆਪੋ ਵਿੱਚ ਹੀ ਹੋਊਗਾ ਜਿਹੜਾ ਜਿਹਦੇ ਕਰਕੇ ਇਹ ਹੋਇਆ ਜੀ। ਔਰ ਜਿਹੜੀ ਅਥਾਰਟੀਜ਼ ਨੇ ਉਹ ਪਬਲਿਕ ਤੋਂ ਇਹ ਗੁਹਾਰ ਲਾ ਰਹੇ ਨੇ ਜੀ, ਕੋਈ ਵੀ ਤੁਹਾਡੇ ਕੋਲ ਇਨਫੋਰਮੇਸ਼ਨ ਹੈ ਤੇ ਪਲੀਜ਼ ਉਹਨਾਂ ਨੂੰ ਕਾਲ ਕੀਤਾ ਜਾਵੇ, ਭਾਵੇਂ ਕ੍ਰਾਈਮ ਸਟਾਪਰਸ ਨੂੰ ਕਰ ਲਓ, ਭਾਵੇਂ ਤੁਸੀਂ ਪੁਲਿਸ ਨੂੰ ਕਰ ਲਓ, ਪਰ ਜੇ ਤੁਹਾਡੇ ਕੋਲ ਕੋਈ ਵੀਡੀਓ ਵਗੈਰਾ ਵੀ ਹੈ ਉੱਥੇ ਦਾ, ਕਿਉਂਕਿ ਅੱਜ ਕੱਲ੍ਹ ਝੱਟ ਜਿੰਨੀ ਵੱਧ ਤੋਂ ਵੱਧ ਇਨਫੋਰਮੇਸ਼ਨ ਦੇ ਸਕਦੇ ਆ ਤੁਸੀਂ ਜ਼ਰੂਰ ਉਹਨਾਂ ਕੋਲ ਪਹੁੰਚਾਓ ਤੇ ਇਸ ਕੇਸ ਦੇ ਵਿੱਚ ਮਦਦ ਕਰੋ ਜੀ। ਹਾਂਜੀ ਭਾਜੀ, ਇੰਟਰਨੈਸ਼ਨਲ ਸਟੂਡੈਂਟਸ ਹੋ ਗਿਆ,
ਸਟੂਡੈਂਟ ਵੀਜ਼ਾ ਹੋ ਗਿਆ, ਇਹ ਨੈਵਰ ਐਂਡਿੰਗ ਟੌਪਿਕ ਹੈ ਜੀ। ਸਪੈਸ਼ਲੀ ਸਾਡੀ ਕਮਿਊਨਿਟੀ ਦੇ ਵਿੱਚ ਜ਼ਿਆਦਾ ਇਸ ਦੀ ਡਿਸਕਸ਼ਨ ਤਾਂ ਹੁੰਦੀ ਹੈ ਕਿਉਂਕਿ ਸਾਡੇ ਭਾਈਚਾਰੇ 'ਚੋਂ ਜ਼ਿਆਦਾਤਰ ਜਿਹੜਾ ਐਂਟਰੀ ਲੈਵਲ ਹੈ ਨਾ ਜੀ ਇਮੀਗ੍ਰੇਸ਼ਨ ਦਾ, ਜ਼ਿਆਦਾਤਰ, ਹਰ ਇੱਕ ਨੂੰ ਨਹੀਂ ਕਹਿੰਦਾ, ਉਹ ਸਟੂਡੈਂਟ ਵੀਜ਼ਾ ਤੋਂ ਹੀ ਆਉਂਦਾ ਜਦੋਂ ਯੰਗ ਜਨਰੇਸ਼ਨ ਜਿਹੜੀ ਹੈ ਇੱਥੇ ਆਉਣਾ ਚਾਹੁੰਦੀ ਹੈ, ਕਿਉਂਕਿ ਪੜ੍ਹ ਕੇ ਤੁਸੀਂ ਫਿਰ ਵਧੀਆ ਜਿਹੜਾ ਨਾ ਇਹ ਟ੍ਰੈਂਡ ਸ਼ੁਰੂ ਹੋਇਆ ਕੋਈ 5 ਸਾਲ 10 ਸਾਲ ਪਹਿਲਾਂ ਸਟੂਡੈਂਟ ਵਾਲਾ ਜੀ। ਪਹਿਲਾਂ ਕੀ ਹੁੰਦਾ ਸੀ, ਪਹਿਲਾਂ ਉੱਥੋਂ ਪੜ੍ਹ ਲਿਖ ਕੇ ਜਿਹੜੇ ਲੋਕ ਆਉਂਦੇ ਸੀਗੇ, ਪਰ ਹੁਣ +2 ਕਰਿਆ, ਉਸ ਤੋਂ ਬਾਅਦ ਆਈਲੈਟਸ ਕਰੇ, ਆਈਲੈਟਸ ਕਰਕੇ ਇੱਥੇ ਐਡਮਿਸ਼ਨ ਲੈ ਲਈ। ਸੋ ਇਹ ਟ੍ਰੈਂਡ ਆ ਜਿਹੜਾ ਇਹ 5 ਤੋਂ 10 ਸਾਲ ਪਹਿਲਾਂ ਸ਼ੁਰੂ ਹੋਇਆ, ਹੌਲੀ ਹੌਲੀ ਇਸ ਵੇਲੇ ਜੇ ਆਪਾਂ ਦੇਖੀਏ ਤਾਂ ਪੂਰਾ ਪੀਕ ਤੇ ਆ। ਜਿੰਨੇ ਸਟੂਡੈਂਟ ਇਸ ਵੇਲੇ ਹੁਣ ਆਉਂਦੇ ਆ, ਜੇ ਆਪਾਂ ਇਕੱਲੇ ਇੰਡੀਆ ਦੀ ਗੱਲ ਕਰਦੇ ਆ ਤੇ ਇੰਡੀਆ ਦੇ ਵਿੱਚੋਂ ਪੰਜਾਬ ਦੀ ਗੱਲ ਕਰਦੇ, ਸਹੀ ਗੱਲ ਹੈ। ਮੇਰਾ ਖਿਆਲ ਹੈ ਵੀ ਪੰਜਾਬ ਇਕੱਲੇ ਚੋਂ 90% ਸਟੂਡੈਂਟ ਆਉਂਦੇ ਹੋਣਗੇ, ਬਾਕੀ 10% ਆ ਜਿਹੜੇ ਬਾਕੀ ਦੇ। ਮੈਨੂੰ ਲੱਗਦਾ ਪੰਜਾਬ ਵਰਸਸ ਵਰਲਡ ਹੈ ਜੀ। ਹਾਂ, ਇਕੱਲਾ ਇੱਕ ਸੂਬਾ ਵਰਸਸ ਵਰਲਡ ਹੈ ਕਿ ਜਿੰਨੇ ਇੱਕ ਸੂਬੇ ਚੋਂ ਆ ਜਾਂਦੇ ਨੇ ਤੇ ਮੈਨੂੰ ਲੱਗਦਾ ਦੁਨੀਆ ਭਰ ਤੋਂ ਹੁਣ ਉਹਦੇ ਕਰਕੇ ਦੇਖੋ ਜਿਹੜੀ ਇਕਨੋਮੀ ਵੀ ਚੱਲਦੀ ਹੈ ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ। ਜਦੋਂ ਇੰਨੇ ਸਟੂਡੈਂਟ ਆਉਣੇ ਆ, ਉਹਨਾਂ ਦਾ ਜਿਹੜੀ ਬੇਸਿਕ ਇਕਨੋਮੀ ਹੈ ਨਾ, ਉਹਦਾ ਬਹੁਤ ਵੱਡਾ ਰੋਲ ਹੈ। ਬੇਸਿਕ ਇਕਨੋਮੀ ਦਾ ਮਤਲਬ, ਮੇਰਾ ਕਹਿਣ ਦਾ ਮਤਲਬ ਹੈ, ਇੱਕ ਇਨਸਾਨ ਆ ਜਿਹੜਾ, ਉਹਨੂੰ ਰਹਿਣ ਵਾਸਤੇ ਦੇਖੋ ਘਰ ਵੀ ਚਾਹੀਦਾ, ਬਿਲਕੁਲ, ਉਹਨੂੰ ਰਹਿਣ ਵਾਸਤੇ ਕਾਰ ਵੀ ਚਾਹੀਦੀ ਹੈ, ਉਹਨੂੰ ਰਹਿਣ ਵਾਸਤੇ ਖਾਣ ਪੀਣਾ ਵੀ ਚਾਹੀਦਾ, ਉਹਨੂੰ ਰਹਿਣ ਵਾਸਤੇ ਕੱਪੜੇ ਵੀ ਚਾਹੀਦੇ, ਗੱਡੀ 'ਚ ਤੇਲ ਵੀ ਚਾਹੀਦਾ, ਗੱਡੀ ਦੀ ਸਰਵਿਸ ਵੀ ਹੋਣੀ ਹੈ, ਹਰ ਚੀਜ਼। ਉਹ ਜਿਹੜੀ ਇਕਨੋਮੀ ਹੈ ਨਾ, ਉਹ ਬਹੁਤ ਵੱਡਾ ਜੀ ਇੰਪੈਕਟ ਹੈ ਜਿਹੜੀ ਪਾਪੂਲੇਸ਼ਨ, ਜਿਹੜੇ ਸਟੂਡੈਂਟਸ ਦੀ ਪਾਪੂਲੇਸ਼ਨ ਆ ਉਹਦੇ ਤੇ। ਜੀ ਬਿਲਕੁਲ। ਲੰਘੇ ਸੋਮਵਾਰ ਜਿਹੜੇ ਫੈਡਰਲ ਹਾਊਸਿੰਗ ਮਿਨਿਸਟਰ ਨੇ ਸ਼ੌਨ ਫਰੇਜ਼ਰ ਸਾਹਿਬ ਨੇ, ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਜਿਹਦੇ ਕਰਕੇ ਬਹੁਤ ਜ਼ਿਆਦਾ ਆਈਬਰੋਜ਼ ਜਿਹੜੀਆਂ ਨੇ ਰੇਜ਼ ਹੋ ਗਈਆਂ ਸੀ ਪੂਰੇ ਕੈਨੇਡਾ ਦੇ ਵਿੱਚ, ਨਾਲ ਦੁਨੀਆ ਭਰ ਦੇ ਵਿੱਚ, ਜਿਸ ਦੇ ਵਿੱਚ ਕਿਹਾ ਸੀ ਉਹਨਾਂ ਨੇ ਕਿ ਐਕਸਪਲੋਸਿਵ ਜਿਹੜੀ ਗਰੋਥ ਹੋ ਰਹੀ ਹੈ, ਬਹੁਤ ਜ਼ਿਆਦਾ ਜਿਹੜੀ ਗਰੋਥ ਹੈ, ਐਕਸਪਲੋਸਿਵ ਦਾ ਮਤਲਬ ਹੈ ਨੰਬਰ ਆਫ ਇੰਟਰਨੈਸ਼ਨਲ ਸਟੂਡੈਂਟਸ ਕੈਨੇਡਾ ਦੇ ਵਿੱਚ ਜਿਹੜੇ ਆ ਰਹੇ ਨੇ, ਉਹਨਾਂ ਕਰਕੇ ਪਿਛਲੇ ਕਈ ਸਾਲਾਂ ਤੋਂ ਜਿਹੜੇ ਆ ਰਹੇ ਨੇ, ਉਹਨਾਂ ਨੂੰ ਜੇ ਰੋਕਿਆ ਜਾਵੇ, ਯਾਨੀ ਉਹਨਾਂ ਦੇ ਉੱਪਰ ਜੇ ਕੈਪ ਲਾਈ ਜਾਵੇ ਤੇ ਜਿਹੜੀ ਹੈ ਹਾਊਸਿੰਗ ਦੀ ਜਿਹੜੀ ਡਿਮਾਂਡ ਹੈ, ਉਹਦਾ ਜਿਹੜਾ ਹੱਲ ਹੈ ਉਹ ਨਿਕਲ ਸਕਦਾ। ਦੇਖੋ ਇੱਕ ਮਿੰਟ, ਹਾਂਜੀ, ਉਹ ਫॉर ਟੈਂਪਰੇਰੀ ਬੇਸਿਸ ਤੇ ਹੋ ਸਕਦਾ, ਹਾਂਜੀ, ਪਰ ਇਹ ਕਹਿਣਾ ਮੈਨੂੰ ਲੱਗਦਾ ਨਹੀਂ, ਪਰ ਜਦੋਂ ਅਸੀਂ ਲੌਂਗ ਰਨ ਦੇਖਦੇ ਆ ਨਾ, ਜਿਹੜੇ ਉਸ ਯੰਗ ਸਟੂਡੈਂਟ ਹੁਣ ਆਉਂਦੇ ਆ ਜੀ, ਦੇਖੋ ਉਹ +2 ਕਰਿਆ ਏ ਜੀ ਇੰਡੀਆ 'ਚ, ਪੰਜਾਬ 'ਚ ਜੀ, ਖਰਚਾ ਜਿਹੜਾ ਗਵਰਨਮੈਂਟ ਨੇ, ਕੈਨੇਡੀਅਨ ਗਵਰਨਮੈਂਟ ਨੇ ਕਰਨਾ ਆਪਦੇ ਕੋਲ, ਉਹ ਤਾਂ ਕਰਿਆ ਆ ਜੀ। ਹੁਣ ਜਦੋਂ ਆ ਰਹੇ ਆ, ਉਹ ਇੰਨੇ ਪੈਸੇ ਆ ਰਹੇ ਉਹਨਾਂ ਦੇ ਨਾਲ ਪੰਜਾਬ ਤੋਂ। ਤੁਹਾਨੂੰ ਮੈਂ ਇੱਕ ਗੱਲ ਦੱਸਦਾ ਭਾਜੀ, ਇੰਟਰਨੈਸ਼ਨਲ ਸਟੂਡੈਂਟ ਦੀ ਜਿਹੜੀ ਫੀਸ ਹੁੰਦੀ ਆ, ਉਹ ਇੱਕ ਇੱਥੇ ਦੇ ਰੈਜ਼ੀਡੈਂਟ ਜਾਂ ਸਿਟੀਜ਼ਨ ਦੀ ਜਿਹੜੀ ਫੀਸ ਹੁੰਦੀ ਹੈ ਉਹਦੇ ਤੋਂ 4 ਗੁਣਾ ਹੁੰਦੀ ਹੈ। ਦੇਖੋ ਤੁਸੀਂ ਹੁਣ ਦੇਖੋ, ਇੱਕ ਸਟੂਡੈਂਟ ਵਰਸਸ 4। ਜੇ ਤੁਹਾਡਾ ਬੱਚਾ $1500 ਦੇ ਕੇ ਇੱਕ ਸਮੈਸਟਰ ਦੀ ਫੀਸ ਦੇ ਰਿਹਾ, ਉਹਨੇ 6000 ਭਰਨੇ ਭਾਜੀ। ਬਿਲਕੁਲ, ਜੇ ਕਿੰਨੇ ਪੈਸੇ ਆਏ ਉਹ ਦੇਖੋ, ਹੈ ਨਾ। ਜੇ ਉਹ 2000 ਭਰੇ ਤੇ ਨੇ 8000 ਭਰਨੇ। ਸੋ ਉਹ ਮੇਰਾ ਸਮੈਸਟਰ ਦੀ ਫੀਸ ਕਹਿ ਰਹੇ ਹਾਂ, ਮੇਰਾ ਕਹਿਣ ਦਾ ਮਤਲਬ ਇਹ ਸੀ ਵੀ ਜਿਹੜੇ ਉਹ ਸਟੂਡੈਂਟ ਆਉਂਦੇ ਆ ਨਾ, ਉਹ ਜਿਹੜੀ ਬੇਸਿਕ ਐਜੂਕੇਸ਼ਨ ਲੈ ਕੇ ਆਉਂਦੇ ਆ, ਉਦੋਂ ਬਾਅਦ ਜਿਹੜੀ ਐਜੂਕੇਸ਼ਨ ਆਪਦੀ ਲੈਂਦੇ ਆ, ਉਹ 4 ਗੁਣਾ ਵੱਧ ਪੇ ਕਰਦੇ ਆ। ਪੇ ਕਰਕੇ ਉਦੋਂ ਬਾਅਦ ਜਿਹੜੀ ਕੈਨੇਡੀਅਨ ਗਵਰਨਮੈਂਟ ਆ, ਉਹਨੂੰ ਕੀ ਫਾਇਦਾ ਹੁੰਦਾ ਜਦੋਂ ਉਹ 4 ਸਾਲ ਪੜ੍ਹਦੇ ਆ, 4 ਸਾਲ ਪੜ੍ਹਦੇ ਹੋਏ ਵੀ 4 ਗੁਣਾ ਪੈਸੇ ਦਿੰਦੇ ਆ, ਪਲੱਸ ਨਾਲ ਉਹਨਾਂ ਨੂੰ ਥੋੜਾ ਬਹੁਤਾ ਕੰਮ ਕਰਨਾ ਵੀ ਅਲਾਉਡ ਹੈ ਤੇ ਉਹਦਾ ਟੈਕਸ ਵੀ ਦਿੰਦੇ ਆ। ਦੇਖੋ 20 ਘੰਟੇ ਸੀ, ਵਿੱਚ 40 ਘੰਟੇ ਵੀ ਹੋ ਗਿਆ। ਸੋ ਮਤਲਬ ਕਿਉਂਕਿ ਇਹ ਡਿਮਾਂਡ ਜਦੋਂ ਹੁੰਦੀ ਹੈ ਤਾਂ ਵਰਕ ਪਰਮਿਟ ਉਹ ਆਵਰਸ ਵਧਾ ਦਿੰਦੇ ਨੇ ਆਪਣੇ ਵੱਲੇ, ਆਪਣੇ ਹਿਸਾਬ ਨਾਲ ਉਹਦਾ ਟੈਕਸ ਵੀ ਪੇ ਕਰਦੇ ਆ। ਬਿਲਕੁਲ ਜੀ, ਠੀਕ ਹੈ। ਉਦੋਂ ਬਾਅਦ ਦੇਖੋ ਜਦੋਂ ਉਹਨਾਂ ਦੀ ਐਜੂਕੇਸ਼ਨ ਪੂਰੀ ਹੋ ਜਾਂਦੀ ਹੈ ਜੀ, ਕੈਨੇਡੀਅਨ ਇਕਨੋਮੀ ਦੇ ਵਿੱਚ ਉਹ ਜੌਬ ਵੀ ਕਰਦੇ ਆ। ਐਬਸੋਲੂਟਲੀ। ਤਾਂ ਅਸੀਂ ਕਿਵੇਂ ਕਹਿ ਸਕਦੇ ਹਾਂ ਵੀ ਉਹਨਾਂ ਨੂੰ ਅਸੀਂ ਕੈਪ ਲਾਉਣੀ ਹੈ? ਕਈ ਸੂਬੇ ਭਾਜੀ, ਮੈਂ ਤੁਹਾਨੂੰ ਦੱਸਾਂ ਕਿ ਮੈਂ 2011 ਦੇ ਵਿੱਚ ਜਦੋਂ ਆਇਆ ਸੀ ਇੱਥੇ, ਤੇ ਉਦੋਂ ਨਾ ਜਿਹੜਾ ਸਸਕੈਚਵਨ ਸੂਬਾ, ਉਹਦੇ ਵਿੱਚ ਇਹਨਾਂ ਨੇ PR ਦੇ ਰੂਲਸ ਕਈ ਸੌਖੇ ਕਰਤੇ ਕਿ 1 ਸਾਲ ਜੇ ਤੁਸੀਂ ਪੜ੍ਹ ਵੀ ਲੈਂਦੇ ਹੋ ਤੇ ਤੁਹਾਨੂੰ ਇਹ ਵਰਕ ਪਰਮਿਟ ਮਿਲ ਜਾਊਗਾ, ਇੱਥੇ ਜੌਬ ਮਿਲ ਜੂਗੀ, ਇੱਥੇ ਕਾਫੀ ਇੱਥੇ ਈਜ਼ੀ ਹੋ ਜਾਣਾ ਜੀ। ਸੋ ਮੈਨੂੰ ਲੱਗਦਾ ਹੈ ਕਿ 70 ਤੋਂ 75% ਸਟੂਡੈਂਟ ਉੱਥੇ ਉਸ ਟਾਈਮ ਚਲਾ ਗਿਆ। ਬਿਲਕੁਲ। ਤੇ ਅੱਜ ਜੇ ਆਪਾਂ ਸੈਸਕਟੂਨ ਜਾਈਏ, ਰਜਾਈਨਾ ਜਾਈਏ, ਕਿਤੇ ਵੀ ਆਪਾਂ ਜਾਂਦੇ ਆ ਨਾ, ਤੇ ਜਿਹੜੇ ਐਂਟਰਪ੍ਰੈਨਿਓਰਸ ਨੇ, ਬਿਜ਼ਨਸਮੈਨ ਨੇ, ਉਹ ਸਾਰੇ ਯੰਗ ਨੇ।
ਸਾਰੇ ਯੰਗ ਕਿਉਂ ਨੇ? ਕਿਉਂਕਿ ਉਸ ਟਾਈਮ ਉਹ ਚਲੇ ਗਏ, ਬਿਲਕੁਲ ਉੱਥੇ ਜਾ ਕੇ ਉਹ ਪੜ੍ਹੇ, ਉੱਥੇ ਜਾ ਕੇ ਉਹਨਾਂ ਨੇ ਕੰਮ ਕੀਤਾ, ਫਿਰ ਉਹਦੀ ਇਕਨੋਮੀ ਦੇ ਫਿਰ ਉਹ ਘਰ ਬਣਾਏ, ਬਿਲਕੁਲ ਕਮਿਊਨਿਟੀਜ਼ ਬਣਾਈਆਂ, ਸ਼ਹਿਰ ਵਸਾਇਆ, ਫਿਰ ਉੱਥੇ ਹੀ ਉਹ ਰਹਿ ਕੇ ਹੁਣ ਆਪਣਾ ਕੰਮ ਜਿਹੜਾ ਲੌਂਗ ਰਨ ਹੈ ਨਾ ਸ਼ਵੀ ਜੀ, ਸਟੂਡੈਂਟ ਦਾ ਆਉਣਾ ਕੈਨੇਡਾ ਵਾਸਤੇ ਲੰਮੇ ਟਾਈਮ ਵਾਸਤੇ ਬਹੁਤ ਵਧੀਆ ਚੀਜ਼ ਹੈ ਜੀ। ਦੇਖੋ ਪ੍ਰੋਬਲਮਾਂ ਆਉਂਦੀਆਂ ਟਾਈਮ ਟੂ ਟਾਈਮ, ਇਹ ਲਾਈਫ ਸਾਡੀ ਇਸੇ ਤਰ੍ਹਾਂ ਹੀ ਹੈ, ਪਰ ਜੇ ਅਸੀਂ ਇਹਨੂੰ ਲੌਂਗ ਰਨ ਦੇਖਦੇ ਹਾਂ ਵੀ ਲੰਮੇ ਸਫ਼ਰ ਵਾਸਤੇ ਜਿਹੜਾ ਕੈਨੇਡਾ ਉਹਨੂੰ ਕੀ ਫਾਇਦਾ, ਉਹਨੂੰ ਬਹੁਤ ਫਾਇਦਾ ਸਟੂਡੈਂਟ ਦਾ। ਸੋ ਜਿਹੜਾ ਕਿਊਬੈਕ ਸੂਬਾ ਹੈ ਜਾਂ ਕਿਊਬੈਕ ਦੇ ਜਿਹੜੀ ਯੂਨੀਵਰਸਿਟੀਜ਼ ਨੇ, ਉਹਨਾਂ ਨੇ ਤਾਂ ਸਾਫ਼-ਸਾਫ਼ ਜਿਹੜੇ ਸ਼ੌਨ ਫਰੇਜ਼ਰ ਸਾਹਿਬ ਦਾ ਜਿਹੜਾ ਆਈਡੀਆ ਉਹਨੂੰ ਰਿਜੈਕਟ ਕਰ ਦਿੱਤਾ। ਉਹ ਕਹਿੰਦੇ ਤੁਸੀਂ ਕੀ ਕਹਿ ਰਹੇ ਹੋ, ਪਹਿਲਾਂ ਇੱਕ ਵਾਰ ਤੁਸੀਂ ਥੋੜਾ ਜਿਹਾ ਸੋਚ ਲਓ, ਪੜ੍ਹ ਲਓ, ਦੇਖ ਲਓ ਕਿ ਉਹੀ ਜਿਹੜੀ ਅਸੀਂ ਗੱਲ ਕਰਦੇ ਹਾਂ ਕਿ ਸਟੂਡੈਂਟ ਦੇ ਨਾਲ, ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਇਕੋਨਮੀ ਕਿੱਥੇ ਵੱਧ ਰਹੀ ਹੈ ਜਾਂ ਜਿਵੇਂ ਵੀ ਹੈ। ਔਰ ਜਿਹੜੇ ਉਹਨਾਂ ਦੇ ਪ੍ਰੀਮੀਅਰ ਨੇ ਫ੍ਰਾਂਸਿਸ ਲੈਗਾਲਟ, ਤੇ ਉਹਨਾਂ ਨੇ ਔਰ ਨਾਲ ਉਹਨਾਂ ਦੇ ਕਈ ਮਿਨਿਸਟਰਸ ਨੇ ਬਿਲਕੁਲ ਇਸ ਆਈਡੀਆ ਨੂੰ ਰਿਜੈਕਟ ਕੀਤਾ ਹੈ ਜੀ। ਜਿੱਥੇ ਆਟਵਾ ਨੂੰ ਉਹਨਾਂ ਨੇ ਕਿਹਾ ਹੈ, ਬਿਲਕੁਲ ਇੱਕ ਕਹਿੰਦੇ ਨਾ ਸ਼ੀਸ਼ਾ ਦਿਖਾਇਆ ਔਰ ਰਿਮਾਈਂਡ ਕਰਾਇਆ ਹੈ, ਯਾਦ ਕਰਾਇਆ ਕਿ ਐਜੂਕੇਸ਼ਨ ਜਿਹੜੀ ਹੈਗੀ ਹੈ ਇੱਕ ਪ੍ਰੋਵਿਸ਼ਨਲ ਜੁਰਿਸਡਿਕਸ਼ਨ ਦੇ ਅੰਡਰ ਆਉਂਦੀ ਹੈ, ਔਰ ਕਿਊਬੈਕ ਦੇ ਵਿੱਚ ਜਿਹੜਾ ਹੈ ਉਹ ਜ਼ਰੂਰ ਹੁਣ ਵੀ ਵੈਲਕਮ ਕਰਨਗੇ, ਕੋਈ ਐਸੀ ਗੱਲ ਨਹੀਂ। ਉੱਥੇ ਜੇ ਇਕੋਨਮੀ ਦੇ ਵਿੱਚ ਵਾਧਾ ਹੁੰਦਾ ਤੇ ਉਹ ਤਾਂ ਦੇਖੋ ਗੱਲ ਸ਼ਵੀ ਜੀ ਇਹ ਹੈ, ਜਿਹੜਾ ਕੈਨੇਡਾ ਹੈ ਨਾ, ਕੈਨੇਡਾ ਇਮੀਗ੍ਰੇਸ਼ਨ ਲੋਕਾਂ ਦੇ ਸਿਰ ਤੇ ਚੱਲਦਾ ਹੈ ਜੀ। 90% ਜਿਹੜੇ, ਬਿਲਕੁਲ ਜੇ ਆਪਾਂ ਗੱਲ ਕਰੀਏ 90 ਸ਼ਾਇਦ ਮੈਂ ਥੋੜਾ ਜ਼ਿਆਦਾ ਕਹਿ ਗਿਆ ਹਾਂ, 75% ਹੈ ਨਾ ਜਿਹੜੇ ਘੱਟ ਤੋਂ ਘੱਟ, ਮੈਂ ਕੋਈ ਡਾਟਾ ਜਾਂ ਕੋਈ ਸਰਵੇ ਨਹੀਂ ਦੇਖੇ ਜਾਂ ਸੁਣੇ, ਪਰ ਜੇ ਅਸੀਂ ਦੇਖੀਏ 75% ਜਿਹੜੀ ਵਰਕ ਫੋਰਸ ਹੈ ਜੀ ਬਾਹਰ, ਜਦੋਂ ਆਪਾਂ ਜਾ ਕੇ ਦੇਖਦੇ ਹਾਂ, ਕਿਸੇ ਰੈਸਟੋਰੈਂਟ ਚਲੇ ਜਾਓ, ਕਿਸੇ ਬਿਜ਼ਨਸ ਤੇ ਚਲੇ ਜਾਓ, ਕਿਸੇ ਜਿਹੜਾ ਵੀ ਕੋਈ ਕਿਤੇ ਵੀ ਤੁਸੀਂ ਚਲੇ ਜਾਓ, ਕਿਸੇ ਵੀ ਤਰ੍ਹਾਂ ਦੇ ਬਿਜ਼ਨਸ, 75% ਜਿਹੜੀ ਵਰਕ ਫੋਰਸ ਆ ਉਹ ਇਮੀਗ੍ਰੈਂਟ ਹੈ, ਇੰਟਰਨੈਸ਼ਨਲ ਸਟੂਡੈਂਟ ਹੈ ਜੀ। ਇੰਟਰਨੈਸ਼ਨਲ ਸਟੂਡੈਂਟ ਵੀ ਹੈ ਪਰ ਇਮੀਗ੍ਰੈਂਟ ਹੈ ਜੀ। ਬਿਲਕੁਲ 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 ਰਾਈਟ। ਔਰ ਤੁਸੀਂ ਰਿਪੋਰਟ ਦੀ ਫੈਕਟਸ ਔਰ ਫਿਗਰਸ ਵੀ ਜੇ ਸੁਣ ਲਓਗੇ ਤੇ ਕਿਊਬੈਕ ਐਜੂਕੇਸ਼ਨ ਡਿਪਾਰਟਮੈਂਟ ਦੀ ਜਿਹੜੀ ਰਿਪੋਰਟ ਹੈ, ਕੱਲੇ ਕਿਊਬੈਕ ਦੀ ਹੈ ਜੀ, ਕਰੀਬ 48,400 ਇੰਟਰਨੈਸ਼ਨਲ ਸਟੂਡੈਂਟ ਜਿਹੜੇ ਨੇ ਉਹ ਉਹਨਾਂ ਦੇ ਸੂਬੇ ਦੇ ਵਿੱਚ। ਅਸੀਂ ਕਹਿੰਦੇ ਹਾਂ ਕਿ ਕਿਊਬੈਕ ਦੇ ਵਿੱਚ ਜੇ ਇੰਟਰਨੈਸ਼ਨਲ ਸਟੂਡੈਂਟ ਨਹੀਂ ਜਾਂਦੇ ਕਿਉਂਕਿ ਉੱਥੇ ਫ੍ਰੈਂਚ ਸਿੱਖਣੀ ਪੈਂਦੀ ਹੈ, ਤੁਸੀਂ ਇਹ ਦੇਖੋ ਉੱਥੇ ਕਰੀਬ 50,000 ਦੇ ਕਰੀਬ ਸਟੂਡੈਂਟ ਜਿਹੜੇ ਨੇ ਉਹ 2019 ਤੇ 2020 ਦੇ ਸਕੂਲ ਈਅਰ ਦੇ ਵਿੱਚ ਇਹ ਰਿਪੋਰਟ ਦੇ ਮੁਤਾਬਿਕ ਪਹੁੰਚੇ ਜੀ, ਜੋ ਕਿ 14% ਨੇ ਟੋਟਲ ਸਟੂਡੈਂਟ ਬੋਡੀ ਦੀ। ਔਰ 5,40,000 ਹਾਂਜੀ ਜਿਹੜੇ ਨਵੇਂ ਇੰਟਰਨੈਸ਼ਨਲ ਸਟੱਡੀ ਪਰਮਿਟ ਜਿਹੜੇ ਨੇ ਉਹ ਵੀ ਇਸ਼ੂ ਕੀਤੇ ਗਏ ਫੈਡਰਲ ਸਰਕਾਰ 2022 ਦੇ ਵਿੱਚ। 54,000 ਜਿਹੜੇ ਨੇ ਉਹ ਕੱਲੀ 2022 ਦੇ ਵਿੱਚ, ਜੋ ਕਿ 24% ਉੱਪਰ ਹੈ ਜੀ 2021 ਤੋਂ। ਦੇਖੋ ਮੌਂਟਰੀਅਲ ਦੀ ਅਸੀਂ ਗੱਲ ਕਰਦੇ ਹਾਂ, ਕੁਬੈਕ ਦਾ ਮੌਂਟਰੀਅਲ ਸ਼ਹਿਰ ਜੀ, ਅੱਗੇ ਵੀ ਇੱਕ ਪ੍ਰੋਗਰਾਮ 'ਚ ਅਸੀਂ ਗੱਲ ਕਰੀ ਸੀਗੀ। ਜਿਹੜਾ ਮੌਂਟਰੀਅਲ ਹੈ ਨਾ, ਮੌਂਟਰੀਅਲ ਦੇ ਵਿੱਚ ਜੇ ਆਪਾਂ ਪੰਜਾਬੀਆਂ ਦੀ ਪਾਪੂਲੇਸ਼ਨ ਦੀ ਗੱਲ ਕਰੀਏ ਤਾਂ 80s 'ਚ, ਮਿਡ 80s ਤੋਂ 90s ਤੱਕ ਜੀ ਬਹੁਤ ਪਾਪੂਲੇਸ਼ਨ ਸੀਗੀ। ਉਹ ਮਿਡ 80s ਤੋਂ 90s ਤੱਕ ਹੌਲੀ ਹੌਲੀ ਉੱਥੋਂ ਮੂਵ ਹੋ ਗਏ, ਤਾਂ ਮੌਂਟਰੀਅਲ ਜਿਹੜਾ ਸ਼ਹਿਰ ਸੀਗਾ ਉਹ ਥੋੜਾ ਜਿਹਾ ਸਲੋ ਹੋ ਗਿਆ ਜੀ। ਹੁਣ ਜਦੋਂ ਦੇ ਇੰਟਰਨੈਸ਼ਨਲ ਸਟੂਡੈਂਟ ਦਾ ਦੌਰ ਸ਼ੁਰੂ ਹੋਇਆ, ਉਦੋਂ ਦੇ ਮੌਂਟਰੀਅਲ ਦੁਬਾਰਾ ਫੇਰ ਖਬਰਾਂ ਚਾਉਣ ਲੱਗ ਗਏ ਜੀ ਜੀ। ਪਰ ਕੁਬੈਕ ਕਿਵੇਂ ਕਹੂਗਾ ਵੀ ਅਸੀਂ ਇੰਟਰਨੈਸ਼ਨਲ ਸਟੂਡੈਂਟ ਕੈਪ ਲਾਣੀ? ਹਾਂਜੀ। ਔਰ ਜਿਹੜੇ ਆਪਣੇ ਸਾਡੇ ਜਿਹੜੇ ਆਨਰੇਬਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਨੇ, ਉਹਨਾਂ ਨੇ ਇਹ ਕਿਹਾ ਕਿ ਇਹ ਬਿਲਕੁਲ ਸਹੀ ਨਹੀਂ ਹੈ ਔਰ ਬਿਲਕੁਲ ਇਹਨੂੰ ਉਹਦੇ ਬਿਲਕੁਲ ਖਿਲਾਫ ਨੇ ਜੀ, ਕਿ ਇੱਕ ਇੰਡੀਵਿਜੂਅਲ ਗਰੁੱਪ ਦੇ ਉੱਪਰ ਇੱਦਾਂ ਦਾ ਕਹਿਣਾ ਉਹ ਬਿਲਕੁਲ ਸਹੀ ਨਹੀਂ ਹੈ। ਔਰ ਇੰਟਰਨੈਸ਼ਨਲ ਸਟੂਡੈਂਟਸ ਵਰਗਿਆਂ ਨੂੰ ਕਹਿਣਾ ਕਿ ਹਾਊਸਿੰਗ ਕ੍ਰਾਈਸਿਸ ਦੇ ਤੁਸੀਂ ਜ਼ਿੰਮੇਵਾਰ ਹੋ ਜਾਂ ਤੁਹਾਡੇ ਤੇ ਕੈਪ ਲਗਾ ਦਿੱਤੀ ਜਾਵੇਗੀ। ਔਰ ਉਹਨਾਂ ਨੇ ਕਿਹਾ ਕਿ ਜਿਹੜੀ ਟਰੂਡੋ ਸਰਕਾਰ ਹੈ ਉਹ ਕੰਮ ਕਰਨਗੇ ਹੋਰ ਸਰਕਾਰ ਦੇ ਲੈਵਲਸ ਦੇ ਨਾਲ ਔਰ ਪ੍ਰਾਈਵੇਟ ਇੰਡਸਟਰੀ ਦੇ ਨਾਲ, ਸੋ ਦੈਟ ਜਿਹੜੇ ਘਰ ਹੋਰ ਬਣਾਏ ਜਾਣ ਤੇ ਜਿਹੜੀ ਕ੍ਰਾਈਸਿਸ, ਹਾਊਸਿੰਗ ਕ੍ਰਾਈਸਿਸ ਕਹਿ ਰਹੇ ਆ, ਇਹਨੂੰ ਠੀਕ ਕੀਤਾ ਜਾਵੇ। ਬਿਲਕੁਲ ਇੰਨੀ ਜ਼ਮੀਨ ਹੈ ਭਾਜੀ ਬਹੁਤ। ਦੇਖੋ ਇਮੀਗ੍ਰੈਂਟ ਜਿਹੜੇ ਆਉਂਦੇ ਆ ਨਾ ਲੋਕ ਇੱਥੇ, ਹਾਂਜੀ ਹਾਂਜੀ, ਉਦੋਂ ਬਿਨਾਂ ਤਾਂ ਕੈਨੇਡਾ ਚੱਲਣਾ ਔਖਾ ਹੈ ਜੀ। ਹੁਣ ਤੁਸੀਂ ਕੈਲਗਰੀ ਇੱਕੋ ਹੀ ਸ਼ਹਿਰ ਆਪਾਂ ਲੈ ਲੈਂਦੇ ਆ, ਆਪਣੇ ਕਿੰਨੇ ਬਿਜ਼ਨਸ ਆਪਣੇ ਜਿਹੜੇ ਪੰਜਾਬੀਆਂ ਦੇ ਬਿਜ਼ਨਸ ਹਰ ਕੋਨੇ 'ਚ, ਹਰ ਪਾਸੇ
ਹੁਣ ਇਹਨਾਂ ਨੂੰ ਜੇ ਆਪਾਂ ਰਿਪਲੇਸ ਕਰਨਾ ਚਾਹੀਏ ਤੇ ਕਾਹਦੇ ਨਾਲ ਕਰਾਂਗੇ? ਜੀ ਜੀ। ਸੋ ਮੈਨੂੰ ਕਈ ਵਾਰ ਲੱਗਦਾ ਇੰਟਰਨੈਸ਼ਨਲ ਸਟੂਡੈਂਟਸ ਨੂੰ ਨਾ ਇੱਕ ਕਹਿੰਦਾ ਪਿੰਗ ਪੋਂਗ ਬਾਲ ਦੀ ਤਰ੍ਹਾਂ ਖੇਡਿਆ ਜਾਂਦਾ ਜੀ। ਜਦੋਂ ਕੁਝ ਹੋਰ ਸਮਝ ਨਹੀਂ ਆਉਂਦਾ ਤੇ ਇਹਨਾਂ ਤੇ ਬਲੇਮ ਲਾ ਦਿਓ, ਜਦੋਂ ਕੁਝ ਇੰਪਲੋਇਮੈਂਟ ਦੀ ਸਮਝ ਨਹੀਂ ਆਉਂਦੀ ਇਹਨਾਂ ਤੇ ਬਲੇਮ ਲਾ ਦਿਓ, ਜਦੋਂ ਕੰਮ ਦੀ ਲੋੜ ਹੈ, ਜਦੋਂ ਕਹਿੰਦੇ ਆ ਕਿ ਚਲੋ ਸਾਨੂੰ ਸਕਿਲਡ ਵਰਕਰਸ ਦੀ ਲੋੜ ਹੈ 20 ਘੰਟੇ ਤੋਂ 40 ਘੰਟੇ ਕਰ ਦਿਓ, ਠੀਕ ਹੈ, ਫਿਰ ਕਈ ਵਾਰ ਕਹਿੰਦੇ ਨੇ ਕਿ ਨਹੀਂ ਇਹਨਾਂ ਦੇ ਘੰਟੇ ਘਟਾ ਦਿਓ, ਫਿਰ ਕਹਿੰਦੇ ਨੇ ਤੁਹਾਨੂੰ ਵਰਕ ਪਰਮਿਟ ਦੂਜਾ ਲੈਣਾ ਪੈਣਾ, ਕਈ ਵਾਰ ਕਹਿੰਦੇ ਨੇ ਨਹੀਂ ਖੁੱਲਾ ਕਰਤਾ ਜੀ ਤੁਸੀਂ ਜੋ ਮਰਜ਼ੀ ਕਰੋ, ਫਿਰ ਕਹਿੰਦੇ ਨੇ 3 ਸਾਲ ਦਾ ਵਰਕ ਪਰਮਿਟ ਲੈ ਲਓ, ਕਈ ਵਾਰ ਕਹਿੰਦੇ ਨੇ 1 ਸਾਲ ਦਾ ਲੈ ਲਓ। ਸੋ ਇਹਨਾਂ ਨੂੰ ਵਿਚਾਰਿਆਂ ਨੂੰ ਥੋੜਾ ਜਿਹਾ ਸਾਹ ਲੈਣ ਦਿਓ। ਇਹ ਵੀ ਇਮੀਗ੍ਰੈਂਟਸ ਨੇ ਔਰ ਇੱਥੇ ਇਕਨੋਮੀ ਦੇ ਵਿੱਚ ਬਹੁਤ ਵਾਧਾ ਕਰ ਰਹੇ ਨੇ, 4 ਗੁਣਾ ਫੀਸ ਦੇ ਰਹੇ ਨੇ, ਘਰਾਂ ਦੇ ਕਿਰਾਏ ਦੇ ਰਹੇ ਨੇ, ਗੱਡੀਆਂ ਦੇ ਪੈਸੇ ਦੇ ਰਹੇ ਨੇ, ਤੇਲ ਖਰਚ ਰਹੇ ਨੇ, ਜੋ ਵੀ ਹੈ ਪੂਰਾ ਹਰ ਚੀਜ਼ ਇਕਨੋਮੀ ਦੇ ਵਿੱਚ ਹਰ ਪਾਸਿਓਂ ਪੂਰਾ ਯੋਗਦਾਨ ਦਿੰਦੇ ਆ ਜੀ, ਹਰੇਕ ਪਾਸੇ। ਹਾਂਜੀ ਹਾਂਜੀ। ਜਦੋਂ ਮਿਹਨਤ ਕਰਦੇ ਨੇ ਤਾਂ ਔਖਾ ਹੈ ਜੀ, ਜਦੋਂ ਮਿਹਨਤ ਨਹੀਂ ਕਰਦੇ ਤਾਂ ਔਖਾ ਹੈ ਜੀ। ਸੋ ਥੋੜਾ ਜਿਹਾ ਸਾਨੂੰ ਸਪੋਰਟ ਐਕਚੁਅਲੀ ਕਰਨਾ ਚਾਹੀਦਾ ਔਰ ਇਸ ਮਾਮਲੇ ਦੇ ਵਿੱਚ ਜ਼ਰੂਰ ਸਪੋਰਟ ਕਰਨਾ ਚਾਹੀਦਾ ਭਾਜੀ। ਚਲਿਏ ਫਿਰ ਹੁਣ ਇੰਟਰਨੈਸ਼ਨਲ ਸਟੂਡੈਂਟਸ ਦੀ ਤਾਂ ਗੱਲ ਕਰ ਲਈ, ਜਿੱਥੋਂ ਆਏ ਨੇ ਜ਼ਿਆਦਾਤਰ ਪੰਜਾਬ ਤੁਸੀਂ ਗਏ। ਅੱਜ ਤੁਸੀਂ ਮੈਨੂੰ ਉੱਥੇ ਛੱਡ ਕੇ ਆਉਣਾ? ਛੱਡ ਕੇ ਨਹੀਂ ਆ, ਮੈਂ ਤੁਹਾਨੂੰ ਹੁੰਦਾ ਹੁਣ ਨਾਲ ਲੈ ਕੇ ਆਊਂਗਾ। ਸੋ ਗੇਅਰ ਪਾਤਾ ਜੀ ਤੇ ਪਹੁੰਚਣ ਲੱਗੇ ਹਾਂ ਅਸੀਂ ਉੱਥੇ। ਔਰ ਸ਼ਾਇਰੀ ਜਿਹੜੀ ਹੈ, ਸ਼ਾਇਰੀ ਦੀ ਜਿਹੜੀ ਡਾਇਰੀ ਹੈ ਉਹ ਮੇਰੇ ਵੱਲ ਵੇਖ ਰਹੀ ਹੈ ਤੇ ਕਰੋ ਜੀ ਇਰਸ਼ਾਦ। ਲਾਲ ਡਾਇਰੀ। ਲਾਲ ਡਾਇਰੀ ਛਵੀ ਜੀ, ਲਾਲ ਡਾਇਰੀ ਅੱਜ ਕਹਿੰਦੀ ਹੈ ਜੀ, ਨਸੀਬਾਂ ਦੇ ਲੇਖ ਕੋਈ ਮੋੜ ਨਹੀਂ ਸਕਦਾ। ਅੱਛਾ, ਨਸੀਬਾਂ ਦੇ ਲੇਖ ਕੋਈ ਮੋੜ ਨਹੀਂ ਸਕਦਾ, ਹੋਵੇ ਰੱਬ ਤੇ ਇਤਬਾਰ ਤੇ ਕੋਈ ਤੋੜ ਨਹੀਂ ਸਕਦਾ। ਹਾਏ ਹਾਏ, ਦੇਖੋ ਮੈਂ ਪੂਰਾ ਹੋਵੇ ਰੱਬ ਤੇ ਇਤਬਾਰ ਜੀ ਤਾਂ ਕੋਈ ਤੋੜ ਨਹੀਂ ਸਕਦਾ। ਕੀ ਬਾਤ ਹੈ, ਕੀ ਬਾਤ ਹੈ। ਮਿਲਦੇ ਨਸੀਬਾਂ ਦੇ ਨਾਲ ਨੀ ਪਿਆਰ ਸੱਚੇ, ਮਿਲਦੇ ਨਸੀਬਾਂ ਦੇ ਨਾਲ ਨੀ ਪਿਆਰ ਸੱਚੇ, ਲੱਖ ਚਾਹ ਕੇ ਵੀ ਕੋਈ ਕਿਸੇ ਨਾਲ ਰਿਸ਼ਤੇ ਜੋੜ ਨਹੀਂ ਸਕਦਾ। ਕੀ ਬਾਤ ਹੈ, ਕੀ ਬਾਤ ਹੈ, ਕੀ ਬਾਤ ਹੈ। ਵਾਕਈ ਜੀ, ਜਦੋਂ ਰਿਸ਼ਤਾ ਜੋੜਨਾ ਉਦੋਂ ਹੀ ਤੁਸੀਂ ਜੋੜ ਸਕਦੇ ਹੋ, ਜ਼ਬਰਦਸਤੀ ਤਾਂ ਜ਼ਬਰਦਸਤੀ ਨਹੀਂ ਕਰ ਸਕਦਾ, ਕੁਝ ਨਹੀਂ ਕਰ ਸਕਦੇ। ਇਹ ਤਾਂ ਉਦੋਂ ਹੀ ਪਤਾ ਲੱਗਦਾ ਜਦੋਂ ਹੋ ਜਾਂਦਾ। ਬਿਲਕੁਲ ਸਹੀ ਗੱਲ ਹੈ ਜੀ। ਔਰ ਅਗੇਨ ਸ਼ਾਇਰੀ ਦੇ ਨਾਲ ਔਰ ਲਾਲ ਡਾਇਰੀ ਦੇ ਨਾਲ ਪਤਾ ਹੀ ਨਹੀਂ ਲੱਗਿਆ ਸਫ਼ਰ ਦਾ। ਔਰ ਭਾਈ ਥੋੜਾ ਜਿਹਾ ਸਮਾਂ ਅੱਜ ਘੱਟ ਹੈ, ਪਰ ਅਸੀਂ ਜਿਹੜੀ ਕਈ ਖਬਰਾਂ ਨੇ ਬਹੁਤ ਜ਼ਰੂਰੀ ਨੇ, ਆਪਾਂ ਉਹ ਕਰ ਲੈਂਦੇ ਹਾਂ। ਜਿੱਥੇ ਭਾਰਤ, ਫਿਰ ਆਪਾਂ ਇਉਂ ਕਰਾਂਗੇ ਨਾ, ਯੂ-ਟਰਨ ਛੇਤੀ ਮਾਰ ਲਾਂਗੇ ਅੱਜ ਆਪਾਂ। ਪਰ ਕੱਲ ਚੰਦਰਯਾਨ ਦੀ ਸਕਸੈਸ ਤੋਂ ਬਾਅਦ ਮੈਨੂੰ ਲੱਗਦਾ ਕਿ ਭਾਰਤ ਦੀ ਜਿਹੜੀ ਕਹਿੰਦੇ ਨਾ ਕਿਸਮਤ ਖੁੱਲ ਗਈ ਹੈ, ਕਹਿ ਲਓ, ਜਿਵੇਂ ਆਪਾਂ ਕਹਿੰਦੇ ਹੁੰਦੇ ਹਾਂ, ਜਾਂ ਕਈ ਚੀਜ਼ਾਂ ਨੇ ਹੁਣ ਭਾਰਤ ਦੇ ਵੱਲ ਆ ਰਹੀਆਂ ਨੇ, ਜਿੱਥੇ ਹੁਣ ਬ੍ਰਿਕਸ ਦੀ ਇੱਕ ਖਬਰ ਆਈ ਹੈ ਕਿ 2024 ਤੋਂ ਜਿਹੜੀਆਂ 6 ਕੰਟਰੀਜ਼ ਨੇ ਜਿਨ੍ਹਾਂ ਨੇ ਜੁਆਇਨ ਕਰਨਾ ਹੈ ਬ੍ਰਿਕਸ, ਉਸ ਦੇ ਵਿੱਚ ਭਾਰਤ ਵੀ ਹੋ ਸਕਦਾ ਜੀ। ਹਾਂ, ਉਹ ਇਹ ਮੋਦੀ ਸਾਹਿਬ ਨੇ ਜੀ ਪ੍ਰਪੋਜ਼ਲ ਕਰੀ ਆ। ਅੱਛਾ ਜੀ, ਮੋਦੀ ਸਾਹਿਬ ਕਹਿ ਰਹੇ ਆ। ਸਾਊਥ ਅਫਰੀਕਾ ਗਏ ਹੋਏ ਨੇ ਮੈਂ ਸੁਣਿਆ। ਹਾਂ, ਬਹੁਤ ਵਧੀਆ ਗੱਲ ਆ। ਦੇਖੋ ਜਿਹੜੇ ਕੰਟਰੀ ਹੈ ਨਾ ਜੀ, ਉਹਦੇ ਚੋਂ ਇਥੋਪੀਆ ਹੋ ਗਿਆ, ਇੰਡੀਆ ਹੋ ਗਿਆ ਜੀ, ਸਾਊਦੀ ਹੋ ਗਿਆ, ਹੋਰ 1-2 ਕੰਟਰੀ ਆ ਜਿਹੜੇ ਜੀ, ਉਹ ਸਾਰੇ ਵੀ ਉਹ ਬ੍ਰਿਕਸ ਦੇ ਮੈਂਬਰ ਬਣ ਜੀ, ਰਾਈਟ। ਉਹ ਚੰਗੀ ਗੱਲ ਹੈ। ਦੇਖੋ, ਜਦੋਂ ਦੁਨੀਆ ਦੇ ਵਿੱਚ ਤੁਸੀਂ ਇੱਕ ਸਾਊਥ ਪੋਲ ਜਿਹੜਾ ਮੂਨ ਦੇ ਉੱਤੇ ਜਾ ਕੇ ਜੀ 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 ਸਭ ਤੋਂ ਪਹਿਲਾਂ, ਹਾਂਜੀ, ਸਭ ਤੋਂ ਪਹਿਲਾ ਕੰਟਰੀ ਹੈ ਦੁਨੀਆ 'ਚ ਜੀ, ਜਿਹੜਾ ਇੰਡੀਆ। ਅੱਛਾ, ਸਾਊਥ ਪੋਲ ਦੇ ਵਿੱਚ। ਅੱਛਾ, ਠੀਕ ਹੈ। ਮੂਨ ਤੇ ਨਹੀਂ, ਹਾਂ, ਸਾਊਥ ਪੋਲ 'ਚ, ਮੂਨ ਦੇ ਸਾਊਥ ਪੋਲ 'ਚ। ਹਾਂਜੀ ਹਾਂਜੀ। ਸੋ ਉਹਦੇ ਨਾਲ ਫਿਰ ਦੇਖੋ, ਜਿਹੜਾ ਪ੍ਰਾਈਮ ਮਿਨਿਸਟਰ ਹੁਣ ਸਾਊਦੀ ਉੱਥੇ ਗਿਆ, ਅਫਰੀਕਾ ਗਿਆ, ਸਾਊਥ ਅਫਰੀਕਾ, ਹਾਂਜੀ ਹਾਂਜੀ, ਤੇ ਉੱਥੇ ਉਹਦੀ ਤਾਂ ਬੱਲੇ ਬੱਲੇ ਤਾਂ ਹੋ ਹੀ ਗਈ। ਬਿਲਕੁਲ ਬਿਲਕੁਲ। ਨਹੀਂ, ਦੇਖੋ ਜੀ, ਇੰਡੀਆ ਦੇ ਵਿੱਚ ਬਹੁਤ ਕੰਮ ਹੋ ਰਿਹਾ ਉਸਦੇ ਵਿੱਚ। ਲੋਕ ਨਾਲੇ ਜਿਹੜੇ ਬਾਕੀ ਲੀਡਰ ਹੈਗੇ ਆ ਉਹ ਆਪੇ ਵਾਹ ਕਰਦੇ ਆ ਮੋਦੀ ਸਾਹਿਬ ਦੀ। ਉਹ ਤਾਂ ਫਿਰ ਕਰਨੀ ਹੋਈ ਹੈ ਭਾਜੀ, ਹੈ ਨਾ। ਸੋ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ, ਉਹਨਾਂ ਨੇ 15ਵੇਂ ਬ੍ਰਿਕਸ ਸਮਿਟ ਦੇ ਵਿੱਚ ਇਹ ਕਿਹਾ ਔਰ ਆਈਡੀਆ ਦਿੱਤਾ ਕਿ ਐਕਸਪੈਂਸ਼ਨ ਹੋਣੀ ਚਾਹੀਦੀ ਹੈ ਇਸ ਗਰੁੱਪ ਦੀ, ਤਾਂ ਜੋ ਜਿਹੜੀ ਵਰਲਡ ਦੀ ਇਕਨੋਮਿਕਸ ਹੈ ਉਸ ਦੇ ਵਿੱਚ ਉਹ ਸੁਧਾਰ ਆ ਸਕੇ। ਔਰ ਦੁਨੀਆ ਸਾਰੀ ਦੁਨੀਆ ਨੂੰ ਫਾਇਦਾ ਹੈ ਜੀ ਉਹਦਾ। ਜੀ, ਸਾਰੀ ਦੁਨੀਆ ਨਾ ਜਿਹੜੀ ਇੱਕ ਦੂਜੇ ਦੇ ਨਾਲ ਜੋ ਰਲ ਮਿਲ ਕੇ ਕੰਮ ਕਰਨਗੇ ਜੀ, ਬਹੁਤ ਵਧੀਆ ਗੱਲ ਹੈ ਜੀ। ਬਿਲਕੁਲ। ਇਹ ਜਿਹੜਾ ਭਾਸ਼ਣ ਹੈ ਮੋਦੀ ਸਾਹਿਬ ਦਾ, ਇਹ ਉਦੋਂ ਆਇਆ ਜਦੋਂ ਸਾਊਥ ਅਫਰੀਕਾ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਸਾਇਰਿਲ
ਰਾਮਾਫੋਸਾ, ਉਹਨਾਂ ਨੇ ਅਨਾਉਂਸ ਕੀਤਾ ਕਿ ਨਵੇਂ 6 ਮੈਂਬਰਸ ਜਿਹੜੇ ਨੇ ਜਾਂ ਨਵੀਂ 6 ਸਟੇਟਸ ਜਾਂ ਕੰਟਰੀਜ਼ ਜਿਹੜੀਆਂ ਨੇ ਇਸ ਦੇ ਵਿੱਚ ਇੰਕਲੂਡ ਕੀਤੀਆਂ ਜਾ ਸਕਦੀਆਂ ਨੇ, ਔਰ ਉਸ ਤੋਂ ਬਾਅਦ ਲੱਗਦਾ ਹੈ ਕਿ ਇਹ ਇੰਡੀਆ ਦਾ ਜਿਹੜਾ ਨਾਮ ਹੈ ਇਹ ਬ੍ਰਿਕਸ ਦੇ ਵਿੱਚ ਆ ਜਾਊਗਾ ਜੀ। ਸੋ ਬਹੁਤ ਵਧੀਆ ਗੱਲ ਹੈ, ਮੈਂ ਤਾਂ ਕਹਿੰਦਾ ਭਾਜੀ। ਔਰ ਇਸ ਦੇ ਨਾਲ ਹੀ ਜਦੋਂ ਅਸੀਂ ਕਹਿੰਦੇ ਹਾਂ ਕਿ ਬਹੁਤ ਵਧੀਆ ਕੰਮ ਹੋ ਰਿਹਾ ਭਾਰਤ ਦੇ ਵਿੱਚ ਔਰ ਬਹੁਤ ਅੱਗੇ ਵੱਧ ਰਿਹਾ, ਜਿਸ ਦੇ ਵਿੱਚ ਐਂਟਰਪ੍ਰੈਨਿਓਰਸ ਦੀ ਜਿਹੜੀ ਗਿਣਤੀ ਹੈ ਮੈਨੂੰ ਲੱਗਦਾ ਦੁਨੀਆ ਭਰ ਦੇ ਵਿੱਚ, ਇੰਡੀਆ ਦੇ ਵਿੱਚ ਇਸ ਨਾਲੋਂ ਇਸ ਟਾਈਮ ਸਭ ਤੋਂ ਜ਼ਿਆਦਾ ਤੁਸੀਂ ਦੇਖ ਸਕਦੇ ਹੋ। ਨਵੇਂ ਬਿਜ਼ਨਸ ਜਿਹੜੇ ਓਨਰਸ ਨੇ ਉੱਥੇ ਦੇਖੇ ਜਾ ਸਕਦੇ ਨੇ। ਬਹੁਤ ਸਾਰੀ ਜਿਹੜੀ ਆਤਮ ਕੀ ਕਹਿੰਦੇ ਨਿਰਭਰ ਜਿਹੜੀਆਂ ਚੀਜ਼ਾਂ ਨੇ ਉਹ ਚੱਲ ਰਹੀਆਂ ਨੇ, ਪਰ ਸਰਕਾਰ ਨੂੰ ਕਿਤੇ ਨਾ ਕਿਤੇ ਨੌਕਰੀਆਂ ਦਾ ਜ਼ਰੂਰ ਕੁਝ ਕਰਨਾ ਚਾਹੀਦਾ ਹੈ, ਕਿਉਂਕਿ ਚਲੋ ਜੇ ਤੁਸੀਂ ਆਪ ਹੀ ਕੁਝ ਕਰਦੇ ਹੋ ਠੀਕ ਹੈ, ਪਰ ਨੌਕਰੀਆਂ ਦਾ ਉੱਥੇ ਥੋੜਾ ਜਿਹਾ ਕੰਮ ਦੇਖੋ। ਜਿਹੜੀ ਇੱਕ ਸਰਵੇ ਆਇਆ ਹਾਂਜੀ, ਜਿਹਦੇ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਦੇ 52% ਚਾਂਸਸ ਨੇ ਜੀ, ਚਾਂਸਸ ਹੈ ਅਗਲਾ ਪ੍ਰਾਈਮ ਮਿਨਿਸਟਰ ਦੁਬਾਰਾ ਬਣਦੇ। ਪਰ ਗੱਲ ਛਵੀ ਜੀ ਇੱਥੇ ਆਉਂਦੀ ਆ, ਹੁਣ 52% ਇਹ ਵੀ ਹੋ ਗਏ, ਚੰਦ ਤੇ ਵੀ ਅਸੀਂ ਪਹੁੰਚ ਗਏ ਹਾਂਜੀ, ਸਾਡੀ ਬੱਲੇ ਬੱਲੇ ਹੋ ਗਈ ਸਾਰੀ ਦੁਨੀਆ 'ਚ ਜੀ। ਪਰ ਕਈ ਵਾਰੀ ਨਾ ਜਦੋਂ ਅਸੀਂ ਆਪ ਦਾ ਜਿਹੜੀ ਤੁਸੀਂ ਨੌਕਰੀਆਂ ਦੀ ਗੱਲ ਕਰੀ ਹੈ, ਹਾਂਜੀ, ਅਸੀਂ ਆਪ ਦੇ ਜਿਹੜੀ ਕੰਟਰੀ ਆ ਉਹਦੀ ਗੱਲ ਕਰਦੇ ਆ, ਹਾਂਜੀ, ਉੱਥੇ ਅਸੀਂ ਉਹਨਾਂ ਪੂਰਾ ਧਿਆਨ ਨਹੀਂ ਦੇ ਰਹੇ। ਜਿਹੜੀ ਨੌਕਰੀਆਂ, ਗਰੀਬੀ ਲੈ ਲਓ ਜੀ, ਉਹਨੂੰ ਸਾਨੂੰ ਦੇਖੋ ਇੰਪਰੂਵ ਕਰਨਾ ਬਹੁਤ ਜ਼ਰੂਰੀ ਹੈ ਜੀ। ਹੁਣ ਆਪਾਂ ਗੱਲ ਕਰਦੇ ਆ ਹੋਮਲੈਸਨੈਸ ਦੀ ਜੀ, ਨਾਰਥ ਵੈਸਟ ਟੈਰੀਟਰੀ ਦੀ ਕਰ ਲੈਂਦੇ ਆ, ਆਪਾਂ ਕਲੋਨੇ ਦੀ ਕਰ ਲੈਂਦੇ ਆ, ਜੇ ਓਵਰਆਲ ਅਸੀਂ ਕੈਨੇਡਾ ਦੀ ਵੀ ਕਰ ਲਈ, ontario ਦੀ ਵੀ ਕਰ ਲਈ, ਅਸੀਂ ਗੱਲ ਕੀ ਕਰਦੇ ਆ 300 ਨਾਰਥ ਵੈਸਟ ਟੈਰੀਟਰੀ ਚ ਹੋਮਲੈਸ ਸੀਗੇ ਜੀ, 2000 ਟੋਰਾਂਟੋ ਚ ਸੀਗੇ ਜੀ, 500 ਕਲੋਨੇ ਸੀਗੇ, ਨੰਬਰ 100 ਚ ਹੀ ਕਰਦੇ ਆ ਨਾ। ਹਾਂਜੀ 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 ਬਿਲਕੁਲ। ਜਦੋਂ ਆਪਾਂ ਇੰਡੀਆ ਦੀ ਗੱਲ ਕਰਦੇ ਆ, ਇੰਡੀਆ ਤਾਂ ਹਜ਼ਾਰਾਂ ਚ, ਕਰੋੜਾਂ ਚ ਨੇ ਜੀ, ਕਰੋੜਾਂ। ਫਿਰ ਪੋਪੂਲੇਸ਼ਨ ਵੀ ਫਿਰ ਭਾਜੀ 140 ਕਰੋੜ ਨਹੀਂ, ਉਹ ਠੀਕ ਆ, ਉਹ ਕੋਈ ਗੱਲ ਨਹੀਂ ਕੀ, ਪਰ ਜਦੋਂ ਅਸੀਂ ਇੰਪਰੂਵ ਕਰਾਂਗੇ ਨਾ, ਜਿਹੜੀ ਤੁਹਾਡੀ ਇੰਡਸਟਰੀ ਆ, ਮੇਨ ਸਾਨੂੰ ਫੋਕਸ ਕਰਨਾ ਚਾਹੀਦਾ ਜੀ, ਜਿਹੜੀ ਸਾਡੀ ਇੰਡਸਟਰੀ ਹੈ। ਬਿਲਕੁਲ। ਜਿਹੜੀ ਗਰੀਬੀ ਹੈ ਨਾ, ਗਰੀਬੀ ਜਿਹੜੀ ਇੰਡਸਟਰੀ ਸਟਰੋਂਗ ਹੋਊਗੀ ਤਾਂ ਗਰੀਬੀ ਉਹਦੇ ਨਾਲ ਆਪੇ ਹੀ ਖਤਮ ਹੋਊਗੀ, ਤਾਂ ਹੀ ਅਕੋਮੋਡੇਟ ਹੋਊਗੀ। ਤੁਸੀਂ ਚਾਈਨਾ ਲੈ ਲਓ ਛਵੀ ਜੀ, ਐਬਸੋਲੂਟਲੀ। ਚਾਈਨਾ 'ਚ ਕਿੰਨੀ ਪਾਪੂਲੇਸ਼ਨ ਹੈ, ਉੱਥੇ ਗਰੀਬੀ ਦਾ ਨਾਂ ਹੀ ਨਹੀਂਗਾ ਕੋਈ। ਜੀ ਜੀ ਜੀ, ਹੋਊਗਾ, ਮੈਂ ਨਹੀਂ ਕਹਿੰਦਾ ਵੀ ਨਹੀਂਗਾ, ਪਰ ਇਕਨੋਮਿਕਲੀ ਹੁਣ ਇਕਨੋਮਿਕਸ ਦੇ ਪੁਆਇੰਟ ਆਫ ਵਿਊ ਨਾਲ, ਜੀਡੀਪੀ ਦੇ ਪੁਆਇੰਟ ਆਫ ਵਿਊ ਨਾਲ ਹੁਣ ਕਾਫੀ ਉੱਪਰ ਪਹੁੰਚ ਗਏ ਨੇ। ਸੋ ਪਾਪੂਲੇਸ਼ਨ ਠੀਕ ਹੈ ਵੀ ਉੱਥੇ ਜ਼ਿਆਦਾ ਹੋ ਗਈ ਇੰਡੀਆ 'ਚ ਜੀ, ਉਹਦੇ ਕਰਕੇ ਜਿਹੜੀ ਜਿੰਨਾ ਚਿਰ ਅਸੀਂ ਫੋਕਸ ਨਹੀਂ ਨਾ ਕਰਦੇ, ਮਿਸਮੈਨੇਜਮੈਂਟ ਆ ਇਹ, ਜਿੰਨਾ ਚਿਰ ਦੇਖੋ ਦੋ ਚੀਜ਼ਾਂ ਨਹੀਂ ਅਸੀਂ ਸਾਥ ਠੀਕ ਕਰਦੇ, ਇੱਕ ਕਰਪਸ਼ਨ ਤੇ ਇੱਕ ਇੰਡਸਟਰੀ ਦੇਖੋ ਕਈ ਤਰ੍ਹਾਂ ਦੀ ਇੰਡਸਟਰੀ ਹੈ, ਫਾਰਮਿੰਗ ਵੀ ਇੱਕ ਇੰਡਸਟਰੀ ਹੈ ਜੀ, ਬਹੁਤ ਮੈਨੂਫੈਕਚਰਿੰਗ ਇੰਡਸਟਰੀ ਹੈ। ਹੁਣ ਤੁਸੀਂ ਦੁਨੀਆ ਜਿੱਥੇ ਮਰਜ਼ੀ ਚਲੇ ਜਾਓ, ਉੱਥੇ ਤੁਹਾਨੂੰ ਮੇਡ ਇਨ ਚਾਈਨਾ ਦੀ ਚੀਜ਼ ਜ਼ਰੂਰ ਮਿਲੂਗੀ ਜੀ। ਬੰਗਲਾਦੇਸ਼ ਇੱਕ ਛੋਟਾ ਜਿਹਾ ਕੰਟਰੀ ਹੈ, ਉਹਦਾ ਦੇਖ ਲਓ, ਹੁਣ ਤੁਸੀਂ ਚਲੇ ਜਾਓ, ਬੰਗਲਾਦੇਸ਼ ਪੂਰਾ ਕੰਪੀਟ ਕਰਦਾ ਚਾਈਨਾ ਦੇ ਨਾਲ, ਬਿਲਕੁਲ ਛੋਟਾ ਜਿਹਾ ਇੱਕ ਕੰਟਰੀ ਹੈ, ਤੇ ਇੰਡੀਆ ਦੇ ਵਿੱਚੋਂ ਹੀ ਉਹ ਇੱਕ ਹਿੱਸਾ ਅੱਡ ਹੋਇਆ, ਬਿਲਕੁਲ। ਤੇ ਇੰਡੀਆ ਕਾਹਤੋਂ ਨਹੀਂ ਜੀ ਕਰ ਸਕਦਾ, ਉਹ ਇਸ ਕਰਕੇ ਨਹੀਂ ਕਰ ਸਕਦਾ ਜਿੰਨਾ ਚਿਰ ਅਸੀਂ ਕਰਪਸ਼ਨ ਨਹੀਂ ਨਾ ਕਰਦੇ। ਕਰਪਸ਼ਨ ਭਾਜੀ, ਔਰ ਨਾਲ ਹੀ ਇੱਕ ਕਹਿੰਦੇ ਨੇ ਨਾ ਵਿਜ਼ਨ, ਹਾਂ ਵਿਜ਼ਨ, ਜਦੋਂ ਤੁਹਾਡੀ ਵਿਜ਼ਨ ਕੱਲੀ ਰਿਲੀਜਨ ਤੇ ਟਿਕੀ ਹੋਵੇ, ਬਿਲਕੁਲ ਹਰ ਬੰਦੇ ਦੀ ਆਪਣੀ ਰਿਲੀਜਨ ਤੇ, ਦੇਖੋ ਰਿਲੀਜਨ ਇਜ਼ ਅ ਵੈਰੀ ਇੰਪੋਰਟੈਂਟ ਥਿੰਗ, ਅਸੀਂ ਆਪ ਬਹੁਤ ਕਰਦੇ ਹਾਂ, ਮੰਨਦੇ ਹਾਂ, ਪਰ ਜਦੋਂ ਤੁਸੀਂ ਕੰਮ ਤੇ ਨਿਕਲਦੇ ਹੋ ਜਾਂ ਫਿਰ ਤੁਸੀਂ ਇੱਕ ਕੰਮ ਦਾ ਮਾਹੌਲ ਲੱਭਦੇ ਹੋ, ਜਾਂ ਕਿਉਂਕਿ ਨੌਕਰੀਆਂ ਨਹੀਂ ਨੇ, ਜਸਟ ਟੂ ਗੈਟ them ਬਿਜ਼ੀ, ਤੇ ਕੋਈ ਨਾ ਕੋਈ ਉਦਾਂ ਦੀ ਗੱਲ ਕਰ ਲਓ ਜੇ ਆਪਸ ਚ ਮਾੜਾ ਮੋਟਾ। ਰਿਲੀਜਨ ਦੀ ਜਿਹੜੀ ਗੱਲ ਹੈ ਨਾ, ਰਿਲੀਜਨ ਦੇ ਵਿੱਚ ਮੈਂ ਜਿਹੜੀ ਮੇਰੀ ਪਰਸਨਲ ਓਪੀਨੀਅਨ ਹੈ, ਹਾਂਜੀ, ਕਿਸੇ ਵੀ ਪੋਲੀਟੀਸ਼ੀਅਨ ਨੂੰ ਉਹਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਜੀ। ਹਾਂਜੀ ਹਾਂਜੀ, ਤੁਸੀਂ ਰਿਲੀਜਨ ਚ ਦਖਲਅੰਦਾਜ਼ੀ ਕਰਨੀ ਹਟ ਜਾਓ, ਤੁਸੀਂ ਕਰਪਸ਼ਨ ਨੂੰ ਕੰਟਰੋਲ ਕਰੋ, ਤੇ ਤੁਸੀਂ ਇੰਡਸਟਰੀ ਵੱਲ ਫੋਕਸ ਕਰੋ ਜੀ, ਤੇ ਜਿਹੜਾ ਤੁਹਾਡਾ ਦੇਸ਼ ਹੈ ਉਹ ਉੱਚਾ ਆਊਗਾ। ਮੈਂ ਨਾ ਭਾਈ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਤੇ ਅਸੀਂ ਫਿਰ ਇਹਨੂੰ ਰੈਪ ਅਪ ਕਰਦੇ ਹਾਂ ਕਿ ਉੱਥੇ ਨਾ ਇਹ ਸਿਸਟਮ ਜਿਹੜਾ ਹੈ ਉਹ ਮੈਨੂੰ ਲੱਗਦਾ ਥੋੜਾ ਟਾਈਮ ਹਜੇ ਲੱਗਣਾ, ਕਿਉਂਕਿ ਫੋਰ ਐਗਜ਼ਾਮਪਲ ਤੁਹਾਨੂੰ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਬਿਟਵੀਨ ਕੈਨੇਡਾ ਐਂਡ ਪੰਜਾਬ। ਜੇ ਆਪਾਂ ਇਕੱਲੇ ਪੰਜਾਬ ਦੀ ਗੱਲ ਕਰੀਏ, ਇੰਡੀਆ ਦੀ ਗੱਲ ਕਰੀਏ, ਇੱਥੇ ਜੇ ਕੱਲ ਨੂੰ ਜਗਮੀਤ ਸਿੰਘ
ਬਣ ਜਾਂਦੇ ਨੇ ਪ੍ਰਾਈਮ ਮਿਨਿਸਟਰ, ਤਾਂ ਮੈਨੂੰ ਲੱਗਦਾ ਸਾਰੀ ਕੰਟਰੀ ਨੇ ਉਹਨਾਂ ਦਾ ਵੈਲਕਮ ਕਰਨਾ ਜੀ, ਭਾਵੇਂ ਉਹ ਕੋਈ ਵੀ ਕਮਿਊਨਿਟੀ ਦਾ ਬੰਦਾ ਹੋਵੇ। ਦੇ ਵਿਲ ਕਾਲ ਹਿਮ ਦ ਆਨਰੇਬਲ ਪ੍ਰਾਈਮ ਮਿਨਿਸਟਰ ਆਫ ਕੈਨੇਡਾ। ਮੈਂ ਤਾਂ ਉਹਨਾਂ ਦਾ ਨਾਂ ਲਿਆ ਕਿਉਂਕਿ ਦਸਤਾਰ ਦੇ ਵਿੱਚ ਨੇ, ਪੂਰੀ ਸਾਬਤ ਸੂਰਤ ਦੇ ਵਿੱਚ ਉਹਨਾਂ ਦੀ ਜਿਹੜੀ ਇੱਕ ਹੈਗੀ ਹੈ ਜੀ ਪਰਸਨੈਲਿਟੀ। ਪਰ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਲੈਟਸ ਸੇ, ਉਸ ਦੇ ਵਿੱਚ ਜੇ ਕੋਈ ਬਿਨਾਂ ਪੱਗ ਵਾਲਾ ਬੰਦਾ ਜਾਂ ਕੋਈ ਹੋਰ ਰਿਲੀਜਨ ਦਾ ਬੰਦਾ ਜੇ ਖੜਦਾ ਐਜ਼ ਅ ਚੀਫ ਮਿਨਿਸਟਰ, ਉਹ ਕਹਿੰਦੇ ਨੇ ਨਹੀਂ ਪੱਗ ਵਾਲਾ ਬੰਦਾ ਹੋਣਾ ਚਾਹੀਦਾ, ਉੱਥੇ ਰਿਲੀਜਨ ਆ ਜਾਂਦਾ, ਉੱਥੇ ਰਿਲੀਜਨ ਆ ਜਾਂਦਾ। ਅਸੀਂ ਇੱਥੇ ਕਹਿੰਦੇ ਆ ਕਿ ਸਾਡੇ ਨਾਲ ਰੇਸਿਜ਼ਮ ਹੋ ਰਿਹਾ ਜੀ, ਸਾਨੂੰ ਕਹਿਤਾ ਬਰਾਊਨ, ਤੇ ਉੱਥੇ ਨਹੀਂ ਰੇਸਿਜ਼ਮ ਹੋ ਰਿਹਾ? ਉੱਥੇ ਬਿਲਕੁਲ ਹੋ ਰਿਹਾ। ਜਦੋਂ ਪੰਜਾਬ ਦਾ ਚੀਫ ਮਿਨਿਸਟਰ ਬਣਾਉਣਾ ਸੀ, ਹਾਂਜੀ ਵੀ ਮੈਂ ਕਹਿ ਰਿਹਾ, ਜਾਖੜ ਨਾਲ ਹੋਇਆ ਸੀ। ਹਾਂਜੀ ਹਾਂਜੀ, ਮੈਂ ਉਹੀ ਕਹਿ ਰਿਹਾ ਨਾ ਜੀ, ਚਿਹਰਾ ਜਿਹੜਾ ਉਹ ਪੱਗ ਵਾਲਾ ਹੋਣਾ ਚਾਹੀਦਾ, ਉੱਥੇ ਮੈਂਡੇਟੋਰੀ ਹੈ ਜੀ। ਇਹ ਗਲਤ ਹੈ, ਠੀਕ ਹੈ। ਔਰ ਇੱਥੇ ਜੇ ਪੱਗ ਵਾਲਾ ਜਿੱਤ ਜੇ, ਵੈਰੀ ਗੁੱਡ ਜੀ, ਪ੍ਰਾਊਡ ਮੂਵਮੈਂਟ ਫॉर ਪੰਜਾਬੀਜ਼, ਠੀਕ ਹੈ ਨਾ। ਸੋ ਇਹ ਜਿਹੜੀਆਂ ਕਈ ਸਾਡੀ ਕਮਿਊਨਿਟੀ ਦੇ ਵਿੱਚ ਜਾਂ ਹੋਰਨਾਂ ਕਮਿਊਨਿਟੀਜ਼ ਦੇ ਵਿੱਚ, ਇੰਕਲੂਡਿੰਗ ਆਲ ਦੀ ਕਮਿਊਨਿਟੀਜ਼ ਮੈਂ ਕਹੂੰਗਾ ਇੰਡੀਆ ਦੀ, ਇਹ ਜਿਹੜਾ ਇੱਕ ਵਾਰ ਆਪਾਂ ਇਹ ਛੱਡ ਦਾਂਗੇ ਨਾ ਜੀ, ਬਿਲਕੁਲ ਹੈ ਨਾ, ਬਿਲਕੁਲ ਸਹੀ ਗੱਲ। ਜੇ ਜਿਸ ਦਿਨ ਅਸੀਂ ਦੇਖਾਂਗੇ ਕਿ ਕੋਈ ਫੋਰ ਐਗਜ਼ਾਮਪਲ ਤਾਮਿਲੀਅਨ ਬਣ ਗਿਆ ਪੰਜਾਬ ਦਾ ਚੀਫ ਮਿਨਿਸਟਰ, ਅਸੀਂ ਸੋਚ ਵੀ ਨਹੀਂ ਸਕਦੇ, ਪਰ ਉਹ ਕਹੂਗਾ ਕਿ ਮੈਂ ਸਾਰਾ ਕੰਮ ਤੁਹਾਡੇ ਹਿੱਤ ਦੇ ਵਿੱਚ ਕਰੂੰਗਾ ਕਿਉਂਕਿ ਮੈਂ ਬਚਪਨ ਤੋਂ ਇੱਥੇ ਰਿਹਾ ਹੋਇਆ। ਲੈਟਸ ਸੇ ਕਿ ਉਹ ਪੰਜਾਬੀ ਹੈ ਬਟ ਬੋਰਨ ਇਨ ਤਾਮਿਲੀਅਨ ਹੈ, ਬੋਰਨ ਇਨ ਪੰਜਾਬ। ਜੇ ਉੱਦਾਂ ਦਾ ਬੰਦਾ ਕਦੇ ਬਣ ਜਾਵੇ, ਫਿਰ ਅਸੀਂ ਕਹਾਂਗੇ ਕਿ ਸਾਡਾ ਉੱਥੇ ਰੇਸਿਜ਼ਮ ਹੁਣ ਹਟ ਗਿਆ। ਬਿਲਕੁਲ ਜੀ। ਸੋ ਭਾਜੀ ਇਸੇ कह लो कश्मोकश में बिल्कुल चलते हैं वापस। चलो जी मैं तो सोचदा ਸੀ ਸ਼ਾਇਦ ਮੈਨੂੰ ਛੱਡ ਆਉਂਗੇ ਤੁਸੀਂ ਉੱਥੇ। ਨਹੀਂ ਭਾਈ ਚੱਲਦੇ, ਤੁਹਾਨੂੰ ਨਹੀਂ ਉੱਥੇ ਛੱਡ ਕੇ ਆਣਾ, ਤੁਸੀਂ ਕਿਤੇ ਉੱਥੇ ਜਾ ਕੇ ਇਲੈਕਸ਼ਨ 'ਚ ਨਾ ਖੜ ਜਾਓ ਕਿਤੇ। ਲਓ ਜੀ ਅੱਜ ਦੀ ਕਰਦੇ ਹਾਂ ਜੀ ਪ੍ਰੋਗਰਾਮ ਦੀ ਸਮਾਪਤੀ, ਪਰ ਇਸੇ ਵਾਅਦੇ ਦੇ ਨਾਲ ਕਿ ਮੰਡੇ ਹੋਏਗੀ ਆਪਣੀ ਫੇਰ ਮੁਲਾਕਾਤ 8 ਵਜੇ। ਔਰ ਥੈਂਕ ਯੂ ਸੋ ਮਚ ਭਾਜੀ। ਧੰਨਵਾਦ ਜੀ, ਧੰਨਵਾਦ ਸ਼ਵੀ ਜੀ, ਧੰਨਵਾਦ ਜੀ, ਧੰਨਵਾਦ ਤੁਹਾਡੇ ਸਾਰਿਆਂ ਦਾ ਜਿਹੜੇ ਪ੍ਰੋਗਰਾਮ ਰਾਹੀਂ ਸਾਡੇ ਨਾਲ ਜੁੜੇ। ਮਨ ਦੇ ਵਿੱਚ ਕੋਈ ਵੀ ਸਵਾਲ ਹੈ ਸਾਨੂੰ ਕਮੈਂਟ ਕਰੋ, WhatsApp ਕਰੋ, ਸਾਡੇ ਨਾਲ ਜੁੜੋ ਜ਼ਰੂਰ। ਔਰ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸ ਦੇਵਾਂ, ਸਾਡਾ ਚੈਨਲ ਅਵੇਲੇਬਲ ਹੈਗਾ ਜੀ IPTV ਤੇ। ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ BTV ਕੈਨੇਡਾ ਆਫੀਸ਼ੀਅਲ HD ਦੇ ਵਿੱਚ ਜਾ ਕੇ ਤੁਸੀਂ ਸਰਚ ਕਰਨਾ ਹੈ, ਇਕੱਲਾ BTV ਕਰ ਲਿਓ ਤੇ ਉੱਥੇ ਸਾਨੂੰ ਮਿਲ ਜਾਏਗਾ। ਨਾਲ ਦੇ ਨਾਲ ਉਹਨੂੰ ਫੇਵਰੇਟਸ ਕਰ ਦੇਣਾ, ਤੁਹਾਨੂੰ ਬਾਰ-ਬਾਰ ਲੱਭਣ ਦੀ ਲੋੜ ਨਹੀਂ। ਇਸ ਦੇ ਨਾਲ YouTube ਤੇ ਜਾ ਕੇ ਤੁਸੀਂ BTV ਕੈਨੇਡਾ ਆਫੀਸ਼ੀਅਲ ਕਰੋ ਜੀ ਸਰਚ, ਸਾਨੂੰ ਸਬਸਕ੍ਰਾਈਬ ਕਰੋ। Facebook ਤੇ ਜਾ ਕੇ BTV B_TV ਕਰਿਓ ਜੀ, ਪਰਪਲ ਜਿਹੜਾ ਸਾਡਾ ਲੋਗੋ ਹੈ ਉੱਥੇ ਮਿਲ ਜਾਏਗਾ। Spotify ਤੇ ਮਿਲ ਜਾਏਗਾ, Amazon ਤੇ ਮਿਲ ਜਾਏਗਾ, TikTok ਤੇ ਮਿਲ ਜਾਏਗਾ। ਸੋ ਕੋਈ ਵੀ ਗੱਲਬਾਤ ਹੈ ਕਿਸੇ ਵੀ ਪਲੇਟਫਾਰਮ ਤੇ ਸਾਡੇ ਤੱਕ ਪਹੁੰਚਾਣੀ ਹੈ ਜਾਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ, ਸਾਡੇ ਇਸ ਫੈਮਿਲੀ ਦਾ ਹਿੱਸਾ ਤੁਸੀਂ ਬਣ ਸਕਦੇ ਹੋ, BTV ਦੇ ਪਰਿਵਾਰ ਦਾ ਹਿੱਸਾ ਬਣ ਸਕਦੇ ਹੋ। ਔਰ ਬਹੁਤ ਵਧੀਆ ਤੁਹਾਡਾ ਫੀਡਬੈਕ ਆ ਰਿਹਾ, ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਮੰਡੇ ਨੂੰ ਹੋਏਗੀ ਬ੍ਰਾਈਟ ਫੇਸ ਪ੍ਰੋਗਰਾਮ ਦੇ ਵਿੱਚ ਫਿਰ ਮੁਲਾਕਾਤ। ਆਪਣਾ ਧਿਆਨ ਰੱਖੋ ਜੀ, ਸਵਸਥ ਰਹੋ, ਮਸਤ ਰਹੋ ਔਰ ਦੇਖਦੇ ਰਹੋ BTV। ਹੈਵ ਅ ਗ੍ਰੇਟ ਵੀਕਐਂਡ, ਬੀ ਪੋਜ਼ਿਟਿਵ, ਬੀ yourself।